ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਅਸੀਂ ਫੇਰ ਚਰਚਾ ਕਰਾਂਗੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ। ਤੇ ਅੱਜ ਜਿਸ ਵਿਸ਼ੇ ਦੇ ਉੱਤੇ ਆਪਾਂ ਚਰਚਾ ਕਰਨ ਜਾ ਰਹੇ ਹਾਂ ਉਹ ਵਿਸ਼ਾ ਸਾਰੇ ਲੋਕਾਂ ਦੇ ਨਾਲ ਜੁੜਿਆ ਹੈ, ਮਰੀਜ਼ਾਂ ਦੇ ਨਾਲ ਜੁੜਿਆ ਹੋਇਆ ਤੇ ਉਹਨਾਂ ਮਰੀਜ਼ਾਂ ਦੇ ਨਾਲ ਖਾਸ ਕਰਕੇ ਜੁੜਿਆ ਹੋਇਆ ਜਿਹੜੇ ਦੂਰ ਦਰਾਡੇ ਤੋਂ ਆ ਕੇ ਮੋਗਾ ਵਿਖੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਸੈਂਟਰ 'ਚ ਆ ਕੇ ਇਲਾਜ ਕਰਵਾਉਂਦੇ ਨੇ। ਤੇ ਅਕਸਰ ਸ਼ਿਕਾਇਤ ਕਰਦੇ ਨੇ ਕਿ ਡਾਕਟਰ ਸਾਹਿਬ ਬੜੀ ਦੂਰ ਪੈ ਜਾਂਦਾ ਸਾਨੂੰ, ਸਾਡੇ ਕੋਈ ਨੇੜੇ ਕੋਈ ਤੁਹਾਡਾ ਕੋਈ ਸੈਂਟਰ ਹੋਵੇ ਤੇ ਅਸੀਂ ਉੱਥੇ ਆ ਕੇ ਇਲਾਜ ਕਰਾ ਲਈਏ ਤੇ ਸਾਨੂੰ ਜਿਹੜਾ ਸੌਖਾ ਹੋ ਜਾਏਗਾ। ਕਈ ਵਾਰ ਨਿਕਲਣਾ ਵੀ ਨਹੀਂ ਹੋ ਪਾਉਂਦਾ, ਕਈ ਵਾਰੀ ਜਦੋਂ ਨਿਕਲਦੇ ਹਾਂ ਤੇ ਅੱਗੇ ਚੱਲ ਕੇ ਤੁਹਾਡੇ ਕੋਲ ਪਹੁੰਚਦੇ ਹਾਂ ਤੁਹਾਡੇ ਕੋਲ ਰਸ਼ ਬਹੁਤ ਹੁੰਦਾ ਤੇ ਉਹ ਰਸ਼ ਹੋਣ ਕਾਰਨ ਜਿਹੜਾ ਸਾਨੂੰ ਵਾਪਸ ਮੁੜਨ ਲੱਗਿਆ ਬੜਾ ਸਮਾਂ ਲੱਗ ਜਾਂਦਾ ਹੈ। ਕਈ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਕਿ ਪਹਿਲਾਂ ਹੀ ਸੋਚ ਲੈਂਦੇ ਹਾਂ ਵੀ ਕਿੰਨਾ ਰਸ਼ ਹੋਏਗਾ, ਉੱਥੇ ਜਾ ਕੇ ਸਮਾਂ ਲੱਗ ਜਾਏਗਾ ਤੇ ਉਸ ਚੱਕਰ ਦੇ ਵਿੱਚ ਬਿਮਾਰੀ ਲਈ ਫਿਰੇ ਜਾਂਦੇ ਹਾਂ ਪਰ ਇਲਾਜ ਕਰਾਉਣ ਨਹੀਂ ਜਾ ਪਾਉਂਦੇ। ਸੋ ਅੱਜ ਉਸ ਚੀਜ਼ ਦਾ ਹੱਲ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣੀ ਦੱਸਣ ਜਾ ਰਹੇ ਨੇ। ਕੀ ਹੈ ਹੱਲ, ਡਾਕਟਰ ਸਾਹਿਬ ਤੋਂ ਜਾਣਦੇ ਹਾਂ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਆਫ ਦਾ ਕੈਮਰਾ ਮੈਨੂੰ ਤੁਸੀਂ ਦੱਸ ਰਹੇ ਸੀ ਕਿ ਦਰਸ਼ਕਾਂ ਦੀ ਸ਼ਿਕਾਇਤ ਆਪਾਂ ਦੂਰ ਕਰਨ ਜਾ ਰਹੇ ਹਾਂ ਜਿਹੜੇ ਦੂਰ ਦਰਾਡਿਓਂ ਆਉਂਦੇ ਨੇ ਜਾਂ ਫਿਰ ਜਿਹੜੇ ਕਹਿੰਦੇ ਨੇ ਵੀ ਜੇ ਸਾਡੇ ਹੀ ਸ਼ਹਿਰ ਦੇ ਵਿੱਚ ਕੁਝ ਹੋ ਜਾਵੇ ਅਜਿਹਾ ਤਾਂ ਅਸੀਂ ਜਿਹੜਾ ਸਾਨੂੰ ਦੂਰ ਨਾ ਜਾਣਾ ਪਵੇ। ਕੀ ਹੱਲ ਕੱਢਣ ਜਾ ਰਹੇ ਹੋ? ਬਿਲਕੁਲ ਐਕਚੁਅਲ 'ਚ ਜਿਵੇਂ ਜਿਵੇਂ ਸੰਗਤ ਦਾ ਪਿਆਰ ਮਿਲ ਰਿਹਾ, ਜਿਵੇਂ ਜਿਵੇਂ ਲੋਕ ਇਸ ਮਿਸ਼ਨ ਦਾ ਹਿੱਸਾ ਬਣ ਰਹੇ ਨੇ, ਉਸ ਤਰ੍ਹਾਂ ਜਿਹੜੀ ਡਿਮਾਂਡ ਬਣ ਰਹੀ ਹੈ। ਔਰ ਜਿਵੇਂ ਕਿ ਅਸੀਂ ਸ਼ੁਰੂ ਤੋਂ ਹੀ ਇਹ ਚੀਜ਼ ਬੋਲਦੇ ਆਏ ਹਾਂ ਕਿ ਨੈਚੁਰਲ ਹੈਲਥ ਸਾਇੰਸਿਸ ਨੂੰ ਲੋਕ ਚਾਹੁੰਦੇ ਨੇ, ਅਪਣਾਉਣਾ ਵੀ ਚਾਹੁੰਦੇ ਨੇ। ਕਮੀ ਇੱਕੋ ਚੀਜ਼ ਦੀ ਹੈ ਕਿ ਅਸੀਂ ਢਾਂਚਾ ਨਹੀਂ ਦੇ ਪਾ ਰਹੇ ਲੋਕਾਂ ਨੂੰ। ਹਰ ਇਨਸਾਨ ਜਿਹੜੇ ਕਿ ਨੈਚੁਰਲ ਹੈਲਥ ਸਾਇੰਸਿਸ 'ਤੇ ਬੋਲਣ ਵਾਲੇ ਨੇ, ਕਿਸੇ ਵੀ ਪੈਥੀ ਦਾ ਹੋ ਸਕਦਾ ਹੈ। ਇਸੇ ਕਰਕੇ ਅਸੀਂ ਕਦੀ ਵੀ ਪੈਥੀ ਨੂੰ ਦਾ ਜ਼ਿਕਰ ਨਹੀਂ ਕਰਦੇ। ਨੈਚੁਰਲ ਹੈਲਥ ਸਾਇੰਸਿਸ ਦੇ ਵਿੱਚ ਸਾਰੀਆਂ ਪੈਥੀਸ ਆ ਜਾਂਦੀਆਂ ਨੇ ਜਿਨ੍ਹਾਂ ਦੇ ਸੋਰਸਸ ਨੈਚੁਰਲ ਨੇ, ਕੁਦਰਤੀ ਢੰਗ ਨਾਲ, ਜਿਹੜੇ ਕੁਦਰਤੀ ਢੰਗ ਨਾਲ। ਤਾਂ ਸਾਰੇ ਹੀ ਉਸ ਸਾਇੰਸ ਨੂੰ ਹੀ ਪ੍ਰਮੋਟ ਕਰ ਰਹੇ ਨੇ, ਨੇਚਰ ਦੀ ਸਾਇੰਸ ਨੂੰ ਪ੍ਰਮੋਟ ਕਰ ਰਹੇ ਨੇ, ਠੀਕ ਹੈ, ਨਾ ਕਿ ਕਿਸੇ ਇਨਸਾਨ ਦੀ ਬਣਾਈ ਹੋਈ ਸਾਇੰਸ ਨੂੰ ਪ੍ਰਮੋਟ ਕਰ ਰਹੇ। ਤਾਂ ਨੈਚੁਰਲ ਹੈਲਥ ਸਾਇੰਸਿਸ ਤੱਕ ਲੋਕ ਆਉਣਾ ਚਾਹੁੰਦੇ ਨੇ, ਇਹਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੁੰਦੇ ਨੇ। ਕਮੀ ਇੱਕੋ ਕਿ ਢਾਂਚਾ ਨਹੀਂ ਡਿਵੈਲਪ ਹੋ ਪਾਇਆ। ਅਸੀਂ ਅਕਸਰ ਆਪਾਂ ਆਪਣੇ ਪਿੰਡਾਂ ਵੱਲ ਵੀ ਧਿਆਨ ਲਗਾਈਏ ਤਾਂ ਉੱਥੇ ਆਪਾਂ ਨੂੰ ਇੱਕ ਦੋ ਕਈ ਪਿੰਡਾਂ 'ਚ 10 ਵੀ RMP ਡਾਕਟਰ ਬੈਠੇ ਹੋਏ ਨੇ ਜਿਹੜੀਆਂ ਆਪਦੀਆਂ ਸਿਹਤ ਸੇਵਾਵਾਂ ਦੇ ਰਹੇ ਨੇ ਐਮਰਜੈਂਸੀ ਦੇ ਵਿੱਚ ਲੋਕਾਂ ਨੂੰ। ਇਹੀ ਕਾਰਨ ਹੈ ਕਿ ਐਲੋਪੈਥੀ ਵੱਲ ਲੋਕ ਜ਼ਿਆਦਾ, ਕਿਉਂਕਿ ਉਹਨਾਂ ਨੂੰ ਈਜ਼ੀ ਅਵੇਲੇਬਿਲਿਟੀ ਨਹੀਂ ਹੈ ਕਿਸੇ ਚੀਜ਼ ਦੀ। ਹਾਂ, ਅਗਰ ਉੱਥੇ ਕੋਈ ਉਸ ਤਰ੍ਹਾਂ ਦਾ ਆਪਾਂ ਮੁਹੱਈਆ ਕਰਵਾਉਂਦੇ ਤਾਂ ਲੋਕ ਡੈਫੀਨੇਟਲੀ ਜਿਹੜੇ ਲਾਈਕ ਮਾਈਂਡਡ ਲੋਕ ਨੇ ਅੱਜ ਦੇ ਸਮੇਂ ਜ਼ਿਆਦਾ ਕੌਨਸ਼ੀਅਸ ਨੇ ਲੋਕ। ਜੇ ਅੱਜ ਆਪਾਂ ਨਿਊਜ਼ ਏਸ਼ੀਆ 'ਤੇ ਲੋਕ ਫੋਲੋ ਕਰ ਰਹੇ ਨੇ ਉਹ ਤਾਂ ਹੀ ਕਰ ਰਹੇ ਨੇ ਕਿਉਂਕਿ ਉਹ ਚਾਹੁੰਦੇ ਨੇ ਕਿ ਉਹੀ ਲੋਕ ਨੇ ਜੋ ਆਪਣੇ ਆਪ ਨੂੰ ਠੀਕ ਕਰਨਾ ਚਾਹੁੰਦੇ ਨੇ, ਵਾਕਈ 100 ਸਾਲ ਦੀ ਪਲੈਨਿੰਗ ਦਾ ਹਿੱਸਾ ਬਣਾਉਣਾ ਚਾਹੁੰਦੇ ਨੇ। ਤਾਂ ਇਹ ਤਾਂ ਆਪਾਂ ਨੂੰ ਸੰਗਤ ਨੇ ਜਿਸ ਹਿਸਾਬ ਨਾਲ ਵਿਊਸ਼ਿਪ ਆ ਰਹੀ ਹੈ, ਜਿਸ ਹਿਸਾਬ ਨਾਲ ਸਬਸਕ੍ਰਿਪਸ਼ਨ ਵੱਧ ਰਹੀ ਹੈਗੀ ਆ, ਉੱਥੋਂ ਆਪਾਂ ਨੂੰ ਚੀਜ਼ ਕਲੀਅਰ ਹੋ ਗਈ ਹੈ ਕਿ ਲੋਕ ਆਉਣਾ ਚਾਹੁੰਦੇ ਨੇ। ਤਾਂ ਹੁਣ ਆਪਣਾ ਅਗਲਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਇੱਕ ਢਾਂਚਾ ਮੁਹੱਈਆ ਕਰਵਾਈਏ, ਅਵੇਲੇਬਿਲਿਟੀ ਮੁਹੱਈਆ ਕਰਵਾਈਏ ਔਰ ਉਹਦੇ ਨਾਲ ਬਹੁਤ ਹਰ ਐਂਗਲ 'ਤੇ ਜਿਹੜਾ ਫਾਇਦਾ ਹੋਣਾ। ਸਭ ਤੋਂ ਪਹਿਲਾ ਫਾਇਦਾ ਇਹ ਹੋਣਾ ਕਿ ਇੱਕ ਅੱਛਾ ਰੋਜ਼ਗਾਰ ਡਿਵੈਲਪ ਹੋਏਗਾ, ਠੀਕ ਹੈ। ਜਿਹੜੀ ਅਨਐਮਪਲੋਇਮੈਂਟ ਹੈਗੀ ਆ ਉਹਦਾ ਇੱਕ ਹੱਲ ਵੀ ਹੋਏਗਾ। ਦੂਸਰਾ ਇਹ ਹੈਗਾ ਕਿ ਸਾਨੂੰ ਕਮ ਸੇ ਕਮ ਆਪਦੇ ਦੇਸ਼ 'ਚ ਕੁਛ ਨਜ਼ਰ ਤਾਂ ਆਉਣ ਲੱਗ ਪਏਗਾ, ਠੀਕ ਹੈ। ਔਰ ਤੀਸਰਾ ਹੈ ਕਿ ਆਪਦੇ ਦੇਸ਼ ਦੇ ਵਿੱਚ ਆਪਦੀ ਸਟੇਟ ਆਪਣੇ ਪੰਜਾਬ ਰਾਜ ਦੇ ਵਿੱਚ ਕੁਛ ਨਜ਼ਰ ਆਉਣ ਲੱਗ ਪਏਗਾ। ਨਹੀਂ ਤਾਂ ਅਦਰਵਾਈਜ਼ ਅੱਜ ਜਿਹੜਾ ਵੀ ਬੱਚਾ ਪੜ੍ਹ ਰਿਹਾ ਉਹਦੀ ਪਲੈਨਿੰਗ ਜਾਂ ਤਾਂ ਪੰਜਾਬ ਤੋਂ ਬਾਹਰ ਜੋਬ ਕਰਨ ਦੀ ਜਾਂ ਇੰਡੀਆ ਤੋਂ ਬਾਹਰ ਜੋਬ ਕਰਨ ਦੀ ਹੈ। ਪੰਜਾਬ ਦੇ ਵਿੱਚ ਉਸ ਐਂਗਲ ਤੱਕ ਅਸੀਂ ਸੋਚ ਨਹੀਂ ਪਾ ਰਹੇ ਹੈਗੇ ਕਿਉਂਕਿ ਸਾਨੂੰ ਕੁਛ ਓਪਰਚੁਨਿਟੀਜ਼ ਬਹੁਤ ਘੱਟ ਨਜ਼ਰ ਆ ਰਹੀਆਂ। ਸੋ ਇਹ ਇੱਕ ਸਭ ਤੋਂ ਪਹਿਲੀ ਚੀਜ਼, ਇਹ ਕੰਮ ਨਹੀਂ ਹੈ, ਇੱਕ ਮਿਸ਼ਨ ਹੈ, ਸੇਵਾ ਹੈ। ਇਹਦੇ 'ਚ ਸੇਵਾ ਵੀ ਕਰ ਜਾਵਾਂਗੇ ਔਰ ਆਪਾਂ ਬਹੁਤ ਸਾਰੀਆਂ ਫਾਈਨੈਂਸ਼ੀਅਲੀ ਸਮੱਸਿਆਵਾਂ ਦਾ ਹੱਲ ਵੀ ਦੇ ਜਾਵਾਂਗੇ ਔਰ ਤੀਸਰੇ ਨੰਬਰ ਦੇ ਉੱਪਰ ਜਿਹੜਾ ਹੈਗਾ ਸਰੀਰਕ ਸਮੱਸਿਆਵਾਂ ਦਾ ਹੱਲ ਵੀ ਆਪਾਂ ਦੇ ਪਾਵਾਂਗੇ। ਤਾਂ ਇਸ ਢਾਂਚੇ ਦੇ ਵਿੱਚ ਆਪਾਂ ਆਲਰੇਡੀ ਅਸੀਂ ਜਿਹੜਾ ਅਗਲਾ ਸਿਸਟਮ ਲੈ ਕੇ ਆ ਰਹੇ ਹੈਗੇ ਆ ਕਿ ਡਿਸਟ੍ਰਿਕਟ ਵਾਈਜ਼ ਜਿਹੜੇ ਅਸੀਂ ਆਪਣੇ ਇਲੈਕਟ੍ਰੋਪੈਥੀ ਜਿਹੜੇ ਸੈਂਟਰ ਨੇ ਉਹ ਅਸੀਂ ਡਿਸਟ੍ਰਿਕਟ ਵਾਈਜ਼ ਓਪਨ ਕਰਨ ਜਾ ਰਹੇ ਹੈਗੇ ਆ। ਪੂਰੇ ਪੰਜਾਬ ਦੇ ਵਿੱਚ? ਪੂਰੇ ਪੰਜਾਬ ਦੇ ਵਿੱਚ ਕਰਨ ਜਾ ਰਹੇ ਹੈਗੇ ਆ ਔਰ ਉਹਦੇ ਵਾਸਤੇ ਅਸੀਂ ਸਪੈਸ਼ਲ ਅੱਜ ਤੁਹਾਡੇ ਮਾਧਿਅਮ ਰਾਹੀਂ ਸਭ ਨੂੰ ਰਿਕੁਐਸਟ ਵੀ ਕਰਾਂਗੇ ਔਰ ਇਹਦੇ ਵਿੱਚ ਅਸੀਂ ਕਿਉਂਕਿ ਆਲਰੇਡੀ ਸਾਡੀ ਸੰਸਥਾ ਦੇ ਆਪਣੇ ਬ੍ਰਾਂਡ ਦੇ ਉੱਪਰ ਆਯੁਰਵੈਦਿਕ ਪ੍ਰੋਡਕਟ ਵੀ ਬਹੁਤ ਸਾਰੇ ਨੇ
ਇਲੈਕਟ੍ਰੋ ਰੈਮਡੀਜ਼ ਵੀ ਨੇ ਬਹੁਤ ਸਾਰੀਆਂ, ਠੀਕ ਹੈ। ਔਰ ਜਿਹੜੇ ਡੇਲੀ ਯੂਜ਼ ਦੇ ਵਿੱਚ ਵੀ ਅਸੀਂ ਉਸ ਤਰ੍ਹਾਂ ਦੇ ਪ੍ਰੋਡਕਟ ਦਿੱਤੇ ਹੋਏ ਨੇ ਜਿਹੜੇ ਰੈਮਡੀਜ਼ ਦਾ ਰੋਲ ਵੀ ਨਿਭਾਉਂਦੇ ਨੇ, ਜਿਵੇਂ ਕਿ ਪਿੰਕ ਰੌਕ ਸਾਲਟ ਆ ਗਿਆ, ਗੜਵਾਲ ਹਿਲ ਦੀ ਹਲਦੀ ਆ ਗਈ, ਠੀਕ ਹੈ, ਟਰਮੈਰਿਕ ਉਸ ਤਰ੍ਹਾਂ ਦੇ, ਹਾਂ ਤੁਲਸੀ ਆ ਗਈ। ਤਾਂ ਆਯੁਰਵੈਦਿਕ ਪ੍ਰੋਡਕਟ ਵੀ ਨੇ ਔਰ ਨਿਊਟਰਾਸਿਟੀਕਲ ਪ੍ਰੋਡਕਟਸ ਵੀ ਨੇ। ਤਾਂ ਰਿਕੁਆਇਰਮੈਂਟ ਆਪਣੇ ਹਸਪੀਟਲਸ ਦੇ ਵਿੱਚ ਸਾਰਿਆਂ ਦੀ ਹੀ ਰਹੇਗੀ, ਠੀਕ ਹੈ। ਇਹਦੇ ਵਿੱਚ ਚਾਹੇ ਕੋਈ ਕਿਸੇ ਨੇ BAMS ਕੀਤੀ ਹੋਈ ਹੈ, ਚਾਹੇ ਕਿਸੇ ਨੇ BEMS ਕੀਤੀ ਹੋਈ ਹੈ, ਚਾਹੇ ਕਿਸੇ ਨੇ BHMS ਕੀਤੀ ਹੋਈ ਹੈ, ਠੀਕ ਹੈ, ਔਰ ਚਾਹੇ ਕਿਸੇ ਨੇ ਡਿਪਲੋਮਾ ਕੀਤਾ ਹੋਇਆ ਵਾ, ਠੀਕ ਹੈ, ਜਿਹੜਾ ਨੈਚੁਰਲ ਹੈਲਥ ਸਾਇੰਸਿਸ ਨੂੰ ਬਿਲੋਂਗ ਕਰਦਾ, ਠੀਕ ਹੈ। ਉਹਨਾਂ ਸਾਰਿਆਂ ਦੀ ਆਪਾਂ ਨੂੰ ਜ਼ਰੂਰਤ ਹੈ। ਇਸ ਮਿਸ਼ਨ ਨੂੰ ਆਪਾਂ ਰਲ ਕੇ ਅੱਗੇ ਲੈ ਕੇ ਜਾਣਾ। ਅਗਰ ਆਪਾਂ ਦਾ ਢਾਂਚਾ ਮੁਹੱਈਆ ਕਰਵਾ ਗਏ ਤਾਂ ਇੱਕ ਰੈਵੋਲੂਸ਼ਨਰੀ ਵਰਕ ਹੋ ਜਾਏਗਾ। ਹੋਰ ਔਰ ਬਹੁਤ ਸਾਰੇ ਸਮਾਜ ਦੇ ਬਹੁਤ ਵੱਡੇ ਹਿੱਸੇ ਨੂੰ, ਸਮਾਜ ਦੇ ਵਿੱਚ ਬਹੁਤ ਸਾਰੀਆਂ ਵੱਧ ਰਹੀਆਂ ਸਮੱਸਿਆਵਾਂ ਨੂੰ ਅਸੀਂ ਆਪਣੇ ਦੇਸ਼ 'ਚ ਰਹਿ ਕੇ ਆਪਣੇ ਦੇਸ਼ ਦੀ ਪੱਧਤੀ ਦੇ ਨਾਲ ਔਰ ਆਪਣੇ ਦੇਸ਼ 'ਚ ਪੈਦਾ ਹੋਏ ਸਰੀਰਾਂ ਨੂੰ ਠੀਕ ਕਰ ਸਕਦੇ ਹਾਂ। ਸਾਡੇ ਲਈ ਬਹੁਤ ਮੰਦਭਾਗੀ ਚੀਜ਼ ਹੋ ਜਾਂਦੀ ਹੈ। ਏਸ਼ੀਆ 'ਚ ਪੈਦਾ ਹੋਏ ਆ ਔਰ ਜਦੋਂ ਇਹਨੂੰ ਬਿਮਾਰ ਅਸੀਂ ਹੁੰਨੇ ਆ ਤੇ ਇਹਨੂੰ ਠੀਕ ਕਰਨ ਲਈ ਅਸੀਂ ਯੂਰਪੀਅਨ ਤੇ ਅਮਰੀਕਨ ਪੱਧਤੀ ਯੂਜ਼ ਕਰਦੇ ਹਾਂ। ਇਹ ਸਾਡੀ ਇਹਨੂੰ ਨਲਾਇਕੀ ਲਗਾ ਲਓ, ਮੰਦਭਾਗਾ ਲਗਾ ਲਓ, ਜੋ ਮਰਜ਼ੀ ਲਗਾ ਲਓ। ਅਸੀਂ ਇੱਕ ਸੋਨੇ ਦੀ ਖਾਣ ਦੇ ਉੱਪਰ ਬੈਠੇ ਹੋਏ ਆ, ਪੂਰਾ ਵਿਸ਼ਵ ਸਾਨੂੰ ਫੋਲੋ ਕਰਦਾ ਹੈਗਾ, ਠੀਕ ਹੈ। ਤਾਂ ਫਿਰ ਵੀ ਅਸੀਂ ਅੱਜ ਕੋਈ ਵੀ ਛੋਟੀ ਮੋਟੀ ਸਮੱਸਿਆ ਆਉਂਦੀ ਜਾਂ ਮਹਾਮਾਰੀ ਵੀ ਆਉਂਦੀ ਹੈ ਤੇ ਅਸੀਂ ਜਿਹੜੀਆਂ ਇੰਡੀਕੇਸ਼ਨਸ ਔਰ ਜਿਹੜੀਆਂ ਟਰਮਸ ਫੋਲੋ ਕਰਦੇ ਆ USA ਔਰ ਅਮਰੀਕਨ ਟਾਈਪ ਦੀਆਂ, ਤਾਂ ਇਹ ਚੀਜ਼ਾਂ ਸਾਡੇ ਲਈ ਇੱਕ ਫੇਲੀਅਰ ਦਾ ਰੋਲ ਨਿਭਾ ਰਹੀਆਂ ਨੇ। ਲੇਕਿਨ ਬੈਸਟ ਪਾਰਟ ਇਹੀ ਹੋਏਗਾ ਕਿ ਅਗਰ ਆਪਾਂ ਇਸ ਨੈਚੁਰਲ ਹੈਲਥ ਸਾਇੰਸਿਸ ਦੇ ਢਾਂਚੇ ਨੂੰ ਹਰ ਘਰ ਤੱਕ ਇਹਦੀ ਪਹੁੰਚ ਕਰਵਾਈਏ। ਇਹਦੇ ਅੰਦਰ ਹਰ ਡਿਸਟ੍ਰਿਕਟ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਇਹਦੇ ਹਸਪੀਟਲਸ ਦੇਵਾਂਗੇ ਔਰ ਜਿਵੇਂ ਕਿ ਲੁਧਿਆਣਾ ਦੇ ਵਿੱਚ ਬੜੀ ਜਲਦੀ ਜਿਹੜਾ ਕਿ ਨੈਕਸਟ ਵੀਕ ਦੇ ਵਿੱਚ ਹੀ ਅਸੀਂ ਓਪਨਿੰਗ ਕਰਨ ਜਾ ਰਹੇ ਹਾਂ। ਹਸਪੀਟਲ ਦੀ ਜਾਂ ਵੱਡੇ ਸੈਂਟਰ ਦੀ? ਹਸਪੀਟਲ ਦੀ ਇਲੈਕਟ੍ਰੋਪੈਥੀ ਹਸਪੀਟਲ ਅਸੀਂ ਲੁਧਿਆਣਾ 'ਚ ਵੀ ਦੇ ਰਹੇ ਹੈਗੇ ਆ। ਇਸੇ ਤਰ੍ਹਾਂ ਮੋਗਾ ਵਾਂਗੂ ਜੀ, ਮੋਗਾ ਵਾਂਗੂ ਹੀ ਦੇ ਰਹੇ ਹੈਗੇ ਆ। ਔਰ ਈਵਨ ਉਹਦੇ ਅੰਦਰ ਅਸੀਂ ਆਨਲਾਈਨ ਅਪਾਇੰਟਮੈਂਟ ਸਿਸਟਮ ਵੀ ਸ਼ੁਰੂ ਕਰ ਰਹੇ ਹਾਂ। ਗੁੱਡ। ਉੱਥੇ ਕੀ ਹੋਏਗਾ, ਥੋੜੀ ਜਿਹੀ ਡਿਟੇਲ ਦਿਓ ਜੀ। ਉੱਥੇ ਜਿਵੇਂ ਕਿ ਮੋਗਾ ਦੇ ਵਿੱਚ ਕੀ ਹੈ ਕਿ ਮੋਗਾ ਇੱਕ ਰੂਰਲ ਏਰੀਆ ਨੂੰ ਬਿਲੋਂਗ ਕਰਦਾ, ਤਾਂ ਇੱਥੇ ਸਾਡੇ ਕੋਲ ਉਸ ਤਰ੍ਹਾਂ ਦਾ ਪੇਸ਼ੈਂਟ ਵੀ ਪਹੁੰਚ ਕਰਦਾ ਵਾ ਜਿਹੜਾ ਕਿ ਆਨਲਾਈਨ ਅਪਾਇੰਟਮੈਂਟ ਦੀ ਫਾਰਮੈਲਿਟੀਜ਼ ਨਹੀਂ ਕਰ ਪਾਉਂਦਾ, ਤਾਂ ਉਹ ਵੀ ਪਹੁੰਚ ਕਰ ਦਿੰਦੇ। ਅਸੀਂ ਲਾਸਟ ਟਾਈਮ ਇੱਕ ਵਾਰੀ ਕੀਤਾ ਵੀ ਸੀ, ਤਾਂ ਉਹਦੇ 'ਚ ਸਾਨੂੰ ਸਮੱਸਿਆ ਇਹ ਆਈ ਸੀ ਕਿ ਅਗਰ 30 ਪੇਸ਼ੈਂਟ ਆਨਲਾਈਨ ਸੀ ਤਾਂ 60 ਪੇਸ਼ੈਂਟ ਆਫਲਾਈਨ ਸੀ, ਠੀਕ ਹੈ। ਹੁਣ ਆਨਲਾਈਨ ਨਾ ਤੇ ਆਨਲਾਈਨ ਵਾਲਾ ਸਮਝਣ ਲਈ ਤਿਆਰ ਸੀ, ਉਹ ਕਹਿੰਦਾ ਜੀ ਮੈਂ ਤਾਂ 2 ਦਿਨ ਪਹਿਲਾਂ ਪੇਮੈਂਟ ਪਵਾਈ ਹੈ, ਮੇਰਾ ਨੰਬਰ ਆਉਣਾ ਚਾਹੀਦਾ, ਉਹ ਆਪਣੀ ਜਗ੍ਹਾ ਠੀਕ ਸੀ। ਜਿਹੜਾ ਆਫਲਾਈਨ ਆਇਆ ਸੀ ਸਵੇਰ ਮੰਨ ਲਓ 6 ਵਜੇ ਦੀ ਮਾਤਾ ਬੈਠੀ ਸੀ, ਉਹ ਕਹਿੰਦੀ ਪੁੱਤ ਮੈਂ 6 ਵਜੇ ਦੀ ਭੁੱਖੀ ਬੈਠੀ ਹੋਈ ਹਾਂ, ਮੇਰਾ ਕਿਉਂ ਨੰਬਰ ਆ ਰਿਹਾ। ਸੋ ਉਹ ਇੱਕ ਕੰਪਲੀਕੇਸ਼ਨ। ਫਿਰ ਅਸੀਂ ਉਹ ਇੱਕ ਟ੍ਰਾਇਲ ਕੀਤਾ ਸੀ ਕਿ ਦੇਖਦੇ ਆ ਕਿ ਇਹਦੇ 'ਚ परिणाम ਕੀ ਨਿਕਲਦੇ ਨੇ। ਤਾਂ ਉਸ परिणाम ਤੋਂ ਅਸੀਂ ਕਾਫੀ ਕੁਝ ਸਿੱਖਿਆ ਵੀ। ਦੈਨ ਉੱਥੋਂ ਅਸੀਂ ਫਿਰ ਡਿਸਾਈਡ ਕੀਤਾ ਕਿ ਮੋਗਾ ਦੇ ਵਿੱਚ ਆਪਾਂ ਵਿਦਆਊਟ ਆਨਲਾਈਨ ਅਪਾਇੰਟਮੈਂਟ ਹੀ ਚੱਲਾਂਗੇ। ਜੋ ਪਹੁੰਚੇਗਾ ਪਹਿਲਾਂ ਆਏਗਾ, ਪਹਿਲਾਂ ਟੋਕਨ ਨੰਬਰ ਹੋਏਗਾ ਔਰ ਪਹਿਲਾਂ ਹੀ ਉਹਨੂੰ ਦੇਖਿਆ ਜਾਏਗਾ। ਲੇਕਿਨ ਲੁਧਿਆਣਾ ਦੇ ਵਿੱਚ ਅਸੀਂ ਸਿਰਫ ਤੇ ਸਿਰਫ ਆਨਲਾਈਨ ਅਪਾਇੰਟਮੈਂਟ ਸਿਸਟਮ ਹੀ ਜਿਹੜਾ ਕਿ ਦੇ ਰਹੇ ਹੈਗੇ ਆ। ਜਿਨ੍ਹਾਂ ਦੀ ਆਨਲਾਈਨ ਅਪਾਇੰਟਮੈਂਟਸ ਹੋ ਜਾਏਗੀ, ਆਨਲਾਈਨ ਪਹਿਲਾਂ ਪੇਮੈਂਟ ਆ ਜਾਏਗੀ, ਉਹ ਪੇਸ਼ੈਂਟ ਨੂੰ ਹੀ ਅਸੀਂ ਦੇਖ ਪਾਵਾਂਗੇ, ਕਿਉਂਕਿ ਟਾਈਮ ਦੀ ਵੀ ਸ਼ਾਰਟੇਜ ਹੁੰਦੀ ਹੈ ਔਰ ਵੱਡੀ ਸਿਟੀ ਆ, ਕਰਾਊਡ ਵੀ ਅਸੀਂ ਜ਼ਿਆਦਾ ਉੱਥੇ ਨਹੀਂ ਕਰ ਪਾਵਾਂਗੇ, ਠੀਕ ਹੈ। ਔਰ ਕੋਵਿਡ ਦਾ ਟਾਈਮ ਹੈ, ਉਹ ਸਾਰੇ ਨਿਯਮ ਨੂੰ ਫੋਲੋ ਵੀ ਕਰਨਾ ਪਏਗਾ। ਸੋ ਇਸ ਕਰਕੇ ਜਿਵੇਂ ਕਿ ਲੁਧਿਆਣੇ ਆਪਾਂ ਕਰ ਰਹੇ ਹਾਂ, ਉਸੇ ਤਰ੍ਹਾਂ ਇਨ ਫਿਊਚਰ ਪਟਿਆਲਾ, ਇਨ ਫਿਊਚਰ ਚੰਡੀਗੜ੍ਹ, ਅੰਮ੍ਰਿਤਸਰ, ਇਹਨਾਂ ਦੀ ਔਰ ਸਰਸਾ ਦੇ ਵਿੱਚ ਵੀ ਪਲੈਨਿੰਗ ਚੱਲ ਰਹੀ ਹੈਗੀ ਆ। ਤਾਂ ਅਲੱਗ-ਅਲੱਗ ਜਗ੍ਹਾ 'ਤੇ ਜਿਵੇਂ ਸੰਗਤ ਦਾ ਪਿਆਰ ਮਿਲ ਰਿਹਾ ਉਵੇਂ ਸੈਂਟਰਸ ਦੀ ਆਪਾਂ ਓਪਨਿੰਗ ਕਰਦੇ ਜਾਵਾਂਗੇ। ਔਰ ਇਹਦੇ ਲਈ ਸਾਨੂੰ ਆਲਰੇਡੀ ਜਿਹੜੀ ਰਿਕੁਆਇਰਮੈਂਟ ਜਿਹੜੀ ਹੈਗੀ ਆ ਕੈਂਡੀਡੇਟਸ ਦੀ, ਉਹ ਜਿਹੜੇ ਕਿ ਮੈਂ ਦੱਸ ਹੀ ਚੁੱਕਿਆ। BAMS ਅਗਰ ਕਿਸੇ ਨੇ ਕੀਤੀ ਹੋਈ ਹੈ, BEMS ਕੀਤੀ ਹੋਈ ਹੈ ਜਾਂ BHMS ਕੀਤੀ ਹੋਈ ਹੈ, ਉਹ ਸਾਡੇ ਨਾਲ ਕੰਟੈਕਟ ਕਰ ਸਕਦਾ। ਈਵਨ ਜੇ ਕੋਈ ਡਿਪਲੋਮਾ ਹੋਲਡਰ ਵੀ ਹੈ, ਕਿਸੇ ਨੇ DNYS ਵੀ ਕੀਤੀ ਹੈ, ਈਵਨ BNYS, ਸੌਰੀ ਮੈਂ ਸਕਿਪ ਕਰ ਗਿਆ ਜੀ, ਕਿਸੇ ਨੇ ਬੈਚਲਰ ਇਨ ਯੋਗਿਕ ਸਾਇੰਸ ਵੀ ਕੀਤਾ ਹੋਇਆ, ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦਾ। ਔਰ ਅਗਰ ਕਿਸੇ ਨੇ ਡਿਪਲੋਮਾ ਕੀਤਾ ਹੋਇਆ, ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦਾ, ਕਿਉਂਕਿ ਇੱਕ ਅੱਛੀ ਸਟਰੋਂਗ ਟੀਮ ਦੀ ਜ਼ਰੂਰਤ ਹੈ ਔਰ ਡੈਡੀਕੇਸ਼ਨ ਵਾਲੀ ਟੀਮ ਦੀ ਜ਼ਰੂਰਤ ਹੈ। ਖਾਲੀ ਆਪਾਂ ਇਹਨੂੰ ਅਸੀਂ ਵੀ ਇਹਨੂੰ ਕੋਈ ਓਨਲੀ ਪ੍ਰੋਫੈਸ਼ਨ ਦੇ ਰੂਪ 'ਚ ਨਹੀਂ ਲੈ ਕੇ ਚੱਲ ਰਹੇ, ਇਹਦੇ 'ਚ ਇਹਨੂੰ ਅਸੀਂ ਇੱਕ ਮਿਸ਼ਨ ਬਣਾ ਕੇ ਚੱਲ ਰਹੇ ਹਾਂ। ਇਸ ਕਰਕੇ ਅਗਰ ਸਾਡੇ ਬੱਚੇ ਜਿਹੜੇ ਕਿ ਨੈਚੁਰਲ ਹੈਲਥ ਸਾਇੰਸਿਸ ਦੇ ਕੋਰਸਿਸ ਕਰਕੇ ਬੈਠੇ ਹੋਏ ਆ, ਉਹਨਾਂ ਨੂੰ ਅਗਰ ਰੋਜ਼ਗਾਰ ਮਿਲ ਜਾਏਗਾ ਔਰ ਉਹ ਵੀ ਉਹਦੇ ਆਪਦੇ ਹੀ ਸਟੇਟ ਦੇ ਵਿੱਚ, ਤਾਂ ਇੱਕ ਬਹੁਤ ਅੱਛਾ ਉਪਰਾਲਾ ਹੋਏਗਾ। ਡਾਕਟਰ ਸਾਹਿਬ, ਤੁਸੀਂ ਕੁਆਲੀਫਿਕੇਸ਼ਨ ਤਾਂ ਦੱਸਤੀ ਵੀ ਕਿਹੜੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਜਿਹੜਾ ਕੋਈ ਵੀ ਤੁਹਾਡੇ ਇਸ ਸੈਂਟਰ ਜਾਂ ਹਸਪੀਟਲ, ਮਿਨੀ ਹਸਪੀਟਲ ਨੂੰ ਖੋਲ੍ਹਣ ਦੇ ਜਿਹੜਾ ਉਹਦਾ ਤਜਰਬਾ ਕੀ ਹੋਣਾ ਚਾਹੀਦਾ, ਉਹਦਾ ਜਿਹੜਾ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ?
ਹੁਣ ਇਹ ਕਿ ਹੋਰ ਕੀ ਰਿਕੁਆਇਰਮੈਂਟਸ ਹੋਣਗੀਆਂ ਜਿਹੜੇ ਦੇਖ ਰਹੇ ਨੇ ਮਨਾਂ 'ਚ ਸਵਾਲ ਪੈਦਾ ਹੋ ਗਿਆ ਕਿ ਮੈਂ ਜੋ ਡਾਕਟਰ ਸਾਹਿਬ ਕਹਿ ਰਹੇ ਨੇ ਮੇਰੇ 'ਚ ਉਹ ਕੁਆਲੀਫਿਕੇਸ਼ਨ ਹੈਗੀ ਹੈ, ਲੇਕਿਨ ਅੱਗੇ ਹੋਰ ਮੈਨੂੰ ਕੀ ਮਤਲਬ ਮੇਰੇ 'ਚ ਹੋਣਾ ਚਾਹੀਦਾ, ਮੇਰੇ ਕੋਲ ਕੀ ਮੰਗ ਰੱਖਣਗੇ, ਕਿੱਦਾਂ ਦੀ ਜਿਹੜੀ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਤਾਂ ਕਿ ਮੈਂ ਉੱਥੇ ਸੈਂਟਰ ਖੋਲ੍ਹ ਸਕਾਂ। ਪਹਿਲੀ ਚੀਜ਼ ਇਹ ਸੈਂਟਰ ਅੰਡਰਟੇਕਿੰਗ ਸੰਸਥਾ ਦੀ ਹੋਏਗਾ, ਠੀਕ ਹੈ, ਔਰ ਉਹ ਸਿਰਫ ਉੱਥੇ ਐਜ਼ ਏ EMPLOYE ਵਰਕ ਕਰਨਗੇ, ਉਹਨਾਂ ਨੂੰ ਇੱਕ ਪੈਕੇਜ ਦੇ ਉੱਪਰ ਹੀ ਹਾਇਰ ਕੀਤਾ ਜਾਏਗਾ ਔਰ ਉਹਦੀ ਪਹਿਲੇ 3 ਮੰਥ ਦੀ ਰਿਕਰੂਟਮੈਂਟਸ਼ਿਪ ਹੋਏਗੀ ਜਿਹੜੀ ਕਿ ਸਾਡੇ ਮੋਗਾ ਸੈਂਟਰ ਦੇ ਵਿੱਚ ਹੀ ਹੋਏਗੀ। ਤਾਂ 3 ਮਹੀਨੇ ਪਹਿਲੇ 90 ਦਿਨ ਉਹ ਇੱਥੇ ਹੀ ਸਰਵਿਸ ਦੇਣਗੇ, ਠੀਕ ਹੈ, ਉਹਨਾਂ ਨੂੰ ਇੱਥੇ ਰਹਿਣ ਦਾ ਔਰ ਖਾਣ ਪੀਣ ਦਾ ਇੰਤਜ਼ਾਮ ਦਿੱਤਾ ਜਾਏਗਾ, ਠੀਕ ਹੈ, ਔਰ ਪਹਿਲੇ 90 ਦਿਨ ਇੱਥੇ ਟਾਈਮ ਸਪੈਂਡ ਕਰਨਗੇ ਔਰ ਪੂਰਾ ਜੋ ਸਾਡੀ ਸੰਸਥਾ ਦੇ ਰੂਲ ਐਂਡ ਰੈਗੂਲੇਸ਼ਨਸ ਨੇ ਔਰ ਇਹਦੇ ਵਿੱਚ ਪੇਸ਼ੈਂਟ ਨੂੰ ਕਿਸ ਐਂਗਲ ਨਾਲ ਦੇਖਿਆ ਜਾਂਦਾ ਹੈ, ਇਹ ਸਾਡੀ ਸੰਸਥਾ ਦੇ ਥਰੂ ਪੇਸ਼ੈਂਟ ਨੂੰ ਕਿਵੇਂ ਡੀਲ ਕੀਤਾ ਜਾਂਦਾ ਹੈ, ਇਹਦੇ ਵਿੱਚ ਸਾਡਾ ਮਕਸਦ ਕੀ ਹੁੰਦਾ ਹੈ। ਪੇਸ਼ੈਂਟ ਨੂੰ ਇਕੱਲਾ ਦਵਾਈ ਦੇਣਾ ਹੀ ਕੀ ਮਕਸਦ ਹੁੰਦਾ ਹੈ, ਪੇਸ਼ੈਂਟ ਨੂੰ ਇਕੱਲਾ ਅਸੀਂ ਇੱਕ ਲਾਈਨ 'ਚ ਲਗਾ ਦੇਣਾ ਹੀ ਮਕਸਦ ਹੁੰਦਾ ਹੈ, ਕਿਉਂਕਿ ਸੰਸਥਾ ਦਾ ਪਹਿਲਾ ਨਿਯਮ, ਪਹਿਲਾ ਜਿਹੜੀ ਕੰਡੀਸ਼ਨ ਜਾਂ ਪਹਿਲੀ ਸਾਡੀ ਮੋਟਿਵ ਇਹ ਹੈਗਾ ਕਿ ਅਸੀਂ ਕਿਸੇ ਨੂੰ ਮੈਡੀਸਨ ਨਾਲ ਨਹੀਂ ਜੋੜਨਾ, ਅਸੀਂ ਐਜੂਕੇਸ਼ਨ ਨਾਲ ਜੋੜਨਾ ਹੈ। ਤਾਂ ਉਹ ਸਾਰੀਆਂ ਚੀਜ਼ਾਂ ਉਹਦੀਆਂ ਟ੍ਰੇਨਿੰਗ ਦੇ ਤੌਰ 'ਤੇ ਮੋਗਾ ਹਸਪੀਟਲ ਦੇ ਵਿੱਚ ਕੰਪਲੀਟ ਹੋਣਗੀਆਂ। ਜਿਵੇਂ ਜਿਹੜਾ ਪਰਸਨ ਇੱਥੋਂ ਟ੍ਰੇਨਿੰਗ ਕੰਪਲੀਟ ਕਰਦਾ ਜਾਏਗਾ ਉਹਦੇ ਏਰੀਆ ਦੇ ਅੰਦਰ ਜਿਵੇਂ ਹਸਪੀਟਲ ਓਪਨ ਹੋਣਗੇ ਉਹਨੂੰ ਅਪਾਇੰਟ ਕਰ ਦਿੱਤਾ ਜਾਏਗਾ ਜੀ, ਤਾਂ ਉਹ ਇੱਕ ਅੱਛੇ ਪੈਕੇਜ ਨਾਲ ਉੱਥੇ ਉਹ ਕੰਮ ਕਰੇਗਾ। ਤੇ ਕੀ ਉੱਥੇ ਕੋਈ ਬਿਲਡਿੰਗ ਦੀ ਰਿਕੁਆਇਰਮੈਂਟ ਵੀ ਹੋਏਗੀ ਜਾਂ ਬਿਲਡਿੰਗ ਜਿਹੜੀ ਉਹ ਸਾਰਾ ਕੁਝ ਜਿਹੜਾ ਉਹ ਸੰਸਥਾ ਆਪ ਹਾਇਰ ਕਰੇਗੀ ਜਾਂ ਉਹਦਾ ਕੋਈ ਕੰਮ ਹੋਏਗਾ, ਉਹਦਾ ਰੋਲ ਹੋਏਗਾ? ਇਹਦੇ ਵਿੱਚ ਅਸੀਂ ਦੋਨੋਂ ਤਰ੍ਹਾਂ ਦੀਆਂ ਹੀ ਚੀਜ਼ਾਂ ਪ੍ਰੋਵਾਈਡ ਕਰਵਾ ਰਹੇ ਹਾਂ। ਅਗਰ ਕੋਈ ਵਲੰਟੀਅਰ ਹੈ ਉਹ ਪੈਸਾ ਆਪਣਾ ਲਗਾ ਕੇ ਵੀ ਅਗਰ ਉੱਥੇ ਇਨਫਰਾਸਟਰਕਚਰ ਖੜਾ ਕਰਨਾ ਚਾਹੁੰਦਾ ਤਾਂ ਉਹਦੇ ਵਿੱਚ ਐਕਟਿਵਲੀ ਸੰਸਥਾ ਉਹਦੇ ਨਾਲ ਕੰਮ ਕਰੇਗੀ। ਹਾਂ, ਅਦਰਵਾਈਜ਼ ਅਸੀਂ ਉਹਨੂੰ 100% ਆਪਣੀ ਅੰਡਰਟੇਕਿੰਗ 'ਚ ਹੀ ਉਸ ਬ੍ਰਾਂਚ ਨੂੰ ਆਪਰੇਟ ਕਰਾਂਗੇ। ਜਿਵੇਂ ਲੁਧਿਆਣੇ ਓਪਨ ਕਰ ਰਹੇ ਹਾਂ ਤਾਂ ਅਸੀਂ ਉਹਨੂੰ ਸਾਡੀ ਹੀ ਅੰਡਰਟੇਕਿੰਗ ਦੇ ਹੈ, ਠੀਕ ਆ। ਉੱਥੇ ਜੋ ਅਸੀਂ ਸਟਾਫ ਹਾਇਰ ਕਰਾਂਗੇ ਉਹ ਸਟਾਫ ਉੱਥੇ ਸਰਵਿਸ ਦੇਣ ਲਈ ਹੀ ਹੋਏਗਾ। ਹਾਂ, ਬਾਕੀ ਕਈ ਵਾਰੀ ਹੁੰਦਾ ਹੈ ਕਿ ਕੈਂਡੀਡੇਟਸ ਆਲਰੇਡੀ ਉਸ ਤਰ੍ਹਾਂ ਦੀ ਫੈਮਿਲੀ ਨੂੰ ਬਿਲੋਂਗ ਕਰਦਾ ਕਿ ਉਹ ਆਪਣਾ ਹਸਪੀਟਲ ਸੰਸਥਾ ਦੇ ਥਰੂ ਆਪਰੇਟ ਕਰਨਾ ਚਾਹੁੰਦਾ, ਉਹ ਅਲੱਗ ਤੋਂ ਪਲਾਨ ਹੈਗਾ। ਉਹ ਜਦੋਂ ਅਸੀਂ ਬੈਠਾਂਗੇ ਤਾਂ ਉਹਨਾਂ ਨੂੰ ਸਾਰਾ ਟਰਮ ਐਂਡ ਕੰਡੀਸ਼ਨ ਦੇ ਥਰੂ ਦੱਸਿਆ ਜਾਏਗਾ। ਲੇਕਿਨ ਸਟਾਰਟਿੰਗ ਜਿਹੜੀ ਅਸੀਂ ਕਰ ਰਹੇ ਹੈਗੇ ਇਹਨਾਂ ਚੀਜ਼ਾਂ ਦੀ, ਉਹ ਸੰਸਥਾ ਆਪਣੇ ਹੀ ਬਿਲਡਿੰਗ ਬਣਾ ਕੇ ਆਪਣੇ ਇਨਫਰਾਸਟਰਕਚਰ ਦੇ ਵਿੱਚ ਇੱਕ ਨਿਊ ਸਟਾਫ ਦੇ ਜਿਹੜੇ ਉਹਦੇ ਅੰਦਰ ਅਸੀਂ ਹਾਇਰ ਕਰਾਂਗੇ ਉਸ ਏਰੀਆ ਦੇ ਵਿੱਚ। ਜਿਹੜਾ ਪਰਸਨ ਇੱਥੋਂ ਟ੍ਰੇਨਿੰਗ ਲਏਗਾ ਉਹਨੂੰ ਉਹਦੇ ਆਪਣੇ ਹੀ ਏਰੀਆ ਦੇ ਵਿੱਚ ਅਪਾਇੰਟ ਕੀਤਾ ਜਾਏਗਾ ਤਾਂ ਜੋ ਲਾਈਫ ਟਾਈਮ ਇੱਕ ਕੈਰੀਅਰ ਨਾਲ ਜੁੜ ਸਕੇ, ਠੀਕ ਹੈ। ਬਾਕੀ ਬੈਕ ਐਂਡ 'ਤੇ ਸੰਸਥਾ ਉਹਦੇ ਨਾਲ ਹੋਏਗੀ। ਉੱਥੇ ਪ੍ਰੋਪਰ ਇੱਕ ਵੇ ਦੇ ਨਾਲ ਇੱਕ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਜਾਏਗਾ ਜੋ ਚੀਜ਼ ਅਸੀਂ ਦੇਣਾ ਚਾਹੁੰਦੇ ਹਾਂ, ਜੋ ਘਰ ਦੇਣਾ ਚਾਹੁੰਦੇ ਹਾਂ। ਕਿਉਂਕਿ ਸਾਡਾ ਮਕਸਦ ਇਕੱਲਾ ਮੈਡੀਸਨ ਨੂੰ ਦੇਣਾ ਨਹੀਂ ਹੈ, ਸਾਡਾ ਮਕਸਦ ਇਹ ਹੈ ਕਿ ਅਸੀਂ ਹਰ ਪਰਿਵਾਰ ਨੂੰ ਐਜੂਕੇਟ ਕਰ ਸਕੀਏ। ਹੁਣ ਵੈਲਨੈਸ ਸਾਇੰਸਸ ਦੇ ਅਸੀਂ ਕੋਰਸਸ ਕਰਵਾ ਰਹੇ ਹੈਗੇ ਆ ਔਰ ਬੜੀ ਜਲਦੀ ਉਹਦੇ 'ਚ 3-4 ਆਫੀਸ਼ੀਅਲੀ ਜਿਹੜੇ ਕੋਰਸਸ ਨੇ ਔਰ ਪ੍ਰੋਫੈਸ਼ਨਲ ਕੋਰਸਸ ਅਸੀਂ ਉਹ ਵੀ ਐਡ ਕਰ ਰਹੇ ਹੈਗੇ ਆ। ਜਿਹੜੇ ਕਿ ਮੰਨ ਲਓ ਕਿਸੇ ਬੱਚੇ ਨੇ ਮੈਟ੍ਰਿਕ ਵੀ ਕੀਤੀ ਹੋਈ ਹੈ, ਉਹ ਵੀ 1 ਸਾਲ ਦਾ 2 ਸਾਲ ਦਾ ਕੋਰਸ ਸਾਡੇ ਕੋਲ ਕਰ ਪਾਏਗਾ। ਜੇ ਕਿਸੇ ਨੇ +2 ਕੀਤੀ ਹੋਈ ਆ ਉਹ ਵੀ 3 ਸਾਲ ਦਾ ਕੋਰਸ ਕਰ ਪਾਏਗਾ। ਤਾਂ ਅਲਟੀਮੇਟ ਅਗਰ ਅਸੀਂ ਇਹ ਛੋਟੇ ਕੋਰਸਸ ਦੇ ਬਾਰੇ ਦੇ ਨਾਲ ਜੋੜਦੇ ਹਾਂ, ਕੈਰੀਅਰ ਵੀ ਬਣੇਗਾ, ਕਿਉਂਕਿ ਕੈਰੀਅਰ ਤਾਂ ਆਲਰੇਡੀ ਸੰਸਥਾ ਖੁਦ ਪ੍ਰੋਵਾਈਡ ਕਰਵਾ ਰਹੀ ਹੈ। ਜਿਸ ਤਰੀਕੇ ਦੇ ਨਾਲ ਜਿੰਨਾ ਅਗਰ ਮੈਂ ਇਕੱਲੇ ਪੰਜਾਬ ਦੀ ਹੀ ਗੱਲ ਕਰਾਂ ਤਾਂ ਤਕਰੀਬਨ ਬਹੁਤ ਵੱਡੇ ਲੈਵਲ ਦੇ ਉੱਤੇ ਬਿਮਾਰੀਆਂ ਦੀ ਲਿਸਟ ਲੰਬੀ ਚੌੜੀ ਆ ਪੰਜਾਬ 'ਚ ਤਾਂ ਖਾਸ ਕਰਕੇ। ਤਾਂ ਕੰਮ ਬਹੁਤ ਕਰਨ ਵਾਲਾ ਪਿਆ, ਠੀਕ ਹੈ। ਬਹੁਤ ਪਰਿਵਾਰਾਂ ਨੂੰ ਬਿਠਾ ਕੇ ਐਜੂਕੇਸ਼ਨ ਦੇਣ ਵਾਲੀ ਪੈਂਡਿੰਗ ਪਈ ਹੈ। ਬਹੁਤ ਪਰਿਵਾਰਾਂ ਨੂੰ ਨੈਚੁਰਲ ਹੈਲਥ ਸਾਇੰਸਿਸ ਨਾਲ ਮੈਂਟਲੀ ਤੌਰ 'ਤੇ ਜੋੜਨ 'ਤੇ ਅਜੇ ਸਮਾਂ ਲੱਗਣਾ। ਉਹ ਸਾਰੇ ਕੰਮ ਨੂੰ ਕਰਨ ਵਾਸਤੇ ਇੱਕ ਬਹੁਤ ਵੱਡੀ ਟੀਮ ਚਾਹੀਦੀ ਹੈ। ਤਾਂ ਅਸੀਂ ਉਸ ਟੀਮ ਦੀ ਖੋਜ ਵਿੱਚ ਆ। ਜਿਹੜੇ ਲੋਕ ਸਾਨੂੰ ਅਸੀਂ ਜਿਵੇਂ ਆਪਾਂ ਅੱਜ ਅਨਾਊਂਸਮੈਂਟ ਕਰ ਰਹੇ ਹਾਂ, ਬਹੁਤ ਸਾਰੇ ਲੋਕ ਕੰਟੈਕਟ ਕਰਨਗੇ ਤਾਂ ਉਸ ਕੰਟੈਕਟ ਦੇ ਵਿੱਚ ਅਸੀਂ ਸਭ ਨੂੰ ਵੈਲਕਮ ਕਰਾਂਗੇ। ਉਹਦੇ 'ਚ ਜਿਹੜੇ ਲੋਕ ਵਾਕਈ ਇਮੋਸ਼ਨਲੀ ਇਸ ਸੇਵਾ ਨੂੰ ਨਿਭਾਉਣਾ ਚਾਹੁੰਦੇ ਨੇ, ਵਾਕਈ ਸਰਬੱਤ ਦੇ ਭਲੇ ਲਈ ਕੰਮ ਕਰਨ, ਪੈਸਾ ਤਾਂ ਸਰ ਆਏਗਾ ਹੀ ਆਏਗਾ। ਉਹ ਬਿਨਾਂ ਪੈਸੇ ਤੋਂ ਤਾਂ ਪੱਤਾ ਵੀ ਨਹੀਂ ਹਿੱਲਣਾ ਹੈਗਾ। ਗੈਟਿੰਗ ਖਾਲੀ ਪੇਟ ਭਗਤੀ ਨਹੀਂ ਹੁੰਦੀ, ਖਾਲੀ ਪੇਟ ਭਲੇ ਦਾ ਕੰਮ ਵੀ ਨਹੀਂ ਹੋਣਾ। ਉਹ ਆਏਗਾ, ਲੇਕਿਨ ਮਸਲਾ ਕੀ ਹੁੰਦਾ ਜੀ, ਪੈਸੇ ਦੇ ਨਾਲ ਪੈਸਾ ਸਿਰਫ ਇੱਕ ਮਟੀਰੀਅਲਿਸਟਿਕ ਲਾਈਫ ਦੀ ਡਿਜ਼ਾਈਨਿੰਗ ਕਰਦਾ, ਲੇਕਿਨ ਉਹਦੇ ਨਾਲ ਅਗਰ ਤੁਹਾਡੀ ਆਤਮਾ ਦੀ ਡਿਜ਼ਾਈਨਿੰਗ ਵਿੱਚ ਹੀ ਹੋ ਜਾਵੇ, ਸਾਡੀ ਆਤਮਾ ਵੀ ਉੱਥੇ ਇੱਕ ਨਰਿਸ਼ਮੈਂਟ ਦੇ ਵਿੱਚ ਆ ਜਾਵੇ, ਸਾਨੂੰ ਅੰਦਰੂਨੀ ਸਕੂਨ ਵੀ ਮਿਲੇ, ਤਾਂ ਆਈ ਥਿੰਕ ਉਹ ਕੰਮ ਨੂੰ ਬੰਦਾ ਕੰਮ ਦੇ ਤੌਰ 'ਤੇ ਨਹੀਂ, ਇੱਕ ਇਬਾਦਤ ਦੇ ਤੌਰ 'ਤੇ ਕਰਦਾ। ਅਤੇ ਇਹ ਚੀਜ਼ ਤਾਂ ਹੋ ਪਾਏਗੀ, ਜਿਵੇਂ ਕਿ ਆਪਾਂ ਲਾਸਟ ਵੀਕ ਵੀਡੀਓ ਬਣਾਈ ਸੀ ਗਲੈਂਡਸ ਦੇ ਉੱਪਰ, ਇਹ ਚੀਜ਼ ਤਾਂ ਹੋ ਪਾਏਗੀ ਅਗਰ ਇਨਸਾਨ ਦੇ ਅੰਦਰ ਇਮੋਸ਼ਨਸ ਅੱਛੇ ਨੇ, ਉਹਦੀ ਭਾਵਨਾ ਅੱਛੀ ਆ,
ਉਹਦੇ ਅੰਦਰ ਗਲੈਂਡ ਉਹ ਕੰਮ ਕਰ ਰਹੇ ਨੇ ਜਿਹੜੇ ਇਮੋਸ਼ਨਲ ਵਾਲੇ। ਜੀ ਇਮੋਸ਼ਨਸ ਵਾਲੇ ਜਿਹੜੇ ਗਲੈਂਡ ਨੇ ਉਹ ਉਹਦੇ ਚ ਸੈਕ੍ਰੇਸ਼ਨ ਅੱਛੀ ਕਰ ਰਹੇ ਨੇ, ਉਹ ਚੀਜ਼ ਤਾਂ ਹੋ ਪਾਏਗੀ। ਸੋ ਇਹ ਚੀਜ਼ ਕਦੀ ਵੀ ਸਿਖਾਈ ਨਹੀਂ ਜਾਂਦੀ ਹੁੰਦੀ, ਇਹ ਚੀਜ਼ ਸੰਸਕਾਰਾਂ 'ਚ ਹੁੰਦੀ ਹੈ। ਠੀਕ ਹੈ, ਜੋ ਇੱਕ ਅੱਛੀ ਫੈਮਿਲੀ ਦੇ ਵਿੱਚ ਜਿਹਦੀ ਪਾਲਣ ਪੋਸ਼ਣ ਹੋਇਆ, ਅੱਛੀ ਫੈਮਿਲੀ ਨੂੰ ਬਿਲੋਂਗ ਕਰਦਾ ਹੈ, ਜਿਹਦੀ ਫੈਮਿਲੀ 'ਚ ਪਹਿਲਾਂ ਹੀ ਕੁਦਰਤ ਦੀ ਗੱਲ ਕੀਤੀ ਜਾਂਦੀ ਹੈ, ਜਿਹਦੀ ਫੈਮਿਲੀ 'ਚ ਪਹਿਲਾਂ ਹੀ ਰੱਬ ਨੂੰ ਇੱਕ ਮੰਨਿਆ ਜਾਂਦਾ ਹੈ, ਤਾਂ ਉਹ ਹੀ ਕੁਦਰਤ ਦੇ ਨਜ਼ਦੀਕ ਉਹ ਹੀ ਉਸ ਇਮੋਸ਼ਨਸ ਨੂੰ ਕੈਰੀ ਕਰਕੇ ਰੱਖਦਾ ਹੈਗਾ। ਤੇ ਇਹ ਚੀਜ਼ਾਂ ਸੰਸਕਾਰਾਂ ਦੇ ਵਿੱਚ ਆ ਜਾਂਦੀ ਆਪਣੇ ਆਪ। ਇਹਨਾਂ ਨੂੰ ਕਦੀ ਵੀ ਤੁਸੀਂ ਕਿਸੇ ਅੰਦਰ ਤੁਸੀਂ ਕ੍ਰੀਏਟ ਨਹੀਂ ਕਰ ਸਕਦੇ ਕਿ ਗੱਲਾਂ ਨਾਲ ਕਰੋਗੇ, ਇਹ ਅੰਦਰੋਂ ਪੈਦਾ ਹੋਣ ਵਾਲੀ ਹੈ। ਤਾਂ ਜਿਹੜੇ ਇਸ ਤਰ੍ਹਾਂ ਦੇ ਸਾਨੂੰ ਕੈਂਡੀਡੇਟਸ ਮਿਲਣਗੇ ਵਾਕਈ ਹੀ, ਤਾਂ ਉਹ ਇੱਕ ਅੱਛਾ ਕੈਰੀਅਰ ਇੱਕ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਨਾਲ ਜੁੜ ਕੇ ਬਣਾ ਪਾਉਣਗੇ। ਔਰ ਇਹ ਮੇਰਾ ਵਾਅਦਾ ਹੈ ਕਿ ਜੋ ਵਾਕਈ ਜੋ ਮੈਂ ਹੁਣ ਐਕਸਪਲੇਨ ਕੀਤੀ ਹੈ ਪ੍ਰੋਫਾਈਲ, ਕਿ ਇਸ ਪ੍ਰੋਫਾਈਲ ਨੂੰ ਜਿਹੜਾ ਵੀ ਕੈਂਡੀਡੇਟ ਬਿਲੋਂਗ ਕਰੇਗਾ, ਇਹ ਮੇਰਾ ਵਾਅਦਾ ਹੈ ਉਹ ਫੋਰਨ ਕੰਟਰੀ ਦਾ ਕਦੀ ਵੀਜ਼ਾ ਨਹੀਂ ਲਗਵਾਏਗਾ, ਉਹਨੂੰ ਇਹਦਾ ਕੈਨੇਡਾ ਅਮਰੀਕਾ ਇੰਡੀਆ 'ਚ ਹੀ ਹੋਏਗਾ। ਕੈਨੇਡਾ ਅਮਰੀਕਾ ਇੰਡੀਆ 'ਚ ਹੋਏਗਾ। ਕੀ ਜਿਹੜੇ ਪਾਸ ਆਊਟ ਹੁਣ ਤਾਜ਼ੇ ਜਿਹੜੇ ਜਿਨ੍ਹਾਂ ਨੇ ਡਾਕਟਰੀ ਕੀਤੀ ਹੈ, BAMS ਕੀਤੀ ਹੈ, ਜਾਂ ਜਿਹੜੇ ਵੀ ਤੁਸੀਂ ਅੱਗੇ ਕ੍ਰਾਈਟੀਰੀਆ ਰੱਖਿਆ ਹੈਗਾ, ਜਿਹੜੇ ਤਾਜ਼ੇ ਪਾਸ ਆਊਟ ਹੋਏ ਨੇ, ਉਹ ਵੀ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ? ਬਿਲਕੁਲ ਸਰ, ਇਸੇ ਕਰਕੇ ਅਸੀਂ ਇਹ ਕਹਿ ਹੀ ਨਹੀਂ ਰਹੇ ਕਿ ਐਕਸਪੀਰੀਅੰਸ ਹੋਣਾ ਚਾਹੀਦਾ, ਉਹਨਾਂ ਦਾ ਐਕਸਪੀਰੀਅੰਸ ਸਾਡੀ ਸੰਸਥਾ ਦੇ ਵਿੱਚ ਕੰਮ ਨਹੀਂ ਆਉਣ ਵਾਲਾ। ਇੱਥੇ ਇਸੇ ਕਰਕੇ 90 ਦਿਨ ਦੀ ਰਿਕਰੂਟਮੈਂਟਸ਼ਿਪ ਰੱਖੀ ਗਈ ਹੈ। ਇੰਟਰਨਸ਼ਿਪ ਦੇ ਤੌਰ ਤੇ ਉਹ 90 ਦਿਨ ਸਾਡੇ ਕੋਲ ਟਾਈਮ ਸਪੈਂਡ ਕਰੇਗਾ, ਔਰ ਸਾਡੀ ਸੰਸਥਾ ਦਾ ਜੋ ਟੈਂਪਰਾਮੈਂਟ ਹੈ, ਐਨਵਾਇਰਨਮੈਂਟ ਹੈ, ਉਹਨੂੰ ਅਡਾਪਟ ਕਰੇਗਾ। ਜਿਹੜਾ ਉਹਦੇ 'ਚ ਸਾਨੂੰ ਕੰਫਰਟੇਬਲੀ ਐਲੀਜੀਬਲ ਹੁੰਦਾ ਦਿਸੇਗਾ, ਉਹਨੂੰ ਅਸੀਂ ਉਹਦੇ ਹੀ ਏਰੀਆ ਦੇ ਵਿੱਚ ਸਰਵਿਸ ਦੇਣ ਦੇ ਲਈ ਉੱਥੇ ਬਿਠਾਵਾਂਗੇ, ਤਾਂ ਜੋ ਆਪਣੇ ਏਰੀਆ ਦੇ ਸਮਾਜ ਦੇ ਭਲੇ ਦੇ ਕੰਮ ਦੇ ਵਿੱਚ ਅੱਗੇ ਆ ਸਕੇ, ਉਹਦੀ ਹੈਲਪ ਕਰ ਸਕਾਂਗੇ। ਇਸੇ ਕਰਕੇ ਉਹਨੇ ਜਿਹੜੀ 90 ਦਿਨ ਦੀ ਟ੍ਰੇਨਿੰਗ ਲੈਣੀ ਆ, ਇਹਦੇ ਵਿੱਚ ਸਾਰਾ ਕੁਝ ਸਿੱਖਣਾ ਹੈਗਾ। ਹਾਂ, ਬਾਕੀ ਜੋ ਟੈਕਨੀਕਲ ਜਿਹੜੀ ਉਹਦੀ ਨੌਲੇਜ ਹੁੰਦੀ ਉਹ ਆਪਣੀ ਡਿਗਰੀ ਡਿਪਲੋਮੇ 'ਚੋਂ ਹਾਸਲ ਕਰਕੇ ਆ ਹੀ ਰਿਹਾ ਹੁੰਦਾ। ਤਾਂ ਮੇਨ ਹੈ ਕਿ ਥਿਊਰੀ ਦੇ ਨਾਲ ਉਹਦਾ ਪ੍ਰੈਕਟੀਕਲ ਕਿੰਨਾ ਸਟਰੋਂਗ ਹੈ। ਪ੍ਰੈਕਟੀਕਲ ਮਤਲਬ ਹੈਗਾ, ਡਾਕਟਰ ਦਾ ਮਤਲਬ ਕੀ ਹੈਗਾ? ਡਾਕਟਰ ਦਾ ਮਤਲਬ ਹੈਗਾ ਕਿ ਇੱਕ ਰੋਗੀ ਆਇਆ, ਇੱਕ ਦੁਖੀ ਆਇਆ, ਇਹਨੂੰ ਸਿੰਪਲ ਕਰ ਦੇ, ਇੱਕ ਦੁਖੀ ਆਇਆ, ਉਹ ਜੇ ਤੁਸੀਂ ਐਜ਼ ਏ ਡਾਕਟਰ ਇੱਕ ਦੁਖੀ ਆਇਆ, ਉਹ ਤੁਹਾਡੇ ਕੋਲ ਬੈਠਾ, ਤੁਹਾਡੀਆਂ ਗੱਲਾਂ ਸੁਣ ਕੇ ਅੱਧਾ ਰੋਗ ਉਹਦਾ ਠੀਕ ਹੋ ਜਾਣਾ ਚਾਹੀਦਾ। ਇਹ ਐਕਚੁਅਲ 'ਚ ਰੋਲ। ਇਹ ਨਹੀਂ ਕਿ ਉਹ ਦੁਖੀ ਆਇਆ ਤੇ ਤੁਸੀਂ ਉਹਨੂੰ ਹੋਰ ਡਰਾ ਦਿੱਤਾ ਤੇ ਉਹ ਮਰਨ ਲਈ ਤਿਆਰ ਹੋ ਗਿਆ। ਠੀਕ ਹੈ, ਇਹ ਕੋਈ ਰੋਲ ਨਹੀਂ ਹੈਗਾ। ਤਾਂ ਡਾਕਟਰ ਦਾ ਰੋਲ ਇਸੇ ਕਰਕੇ ਡਾਕਟਰ ਨੂੰ ਰੱਬ ਕਿਹਾ ਜਾਂਦਾ ਸੀ। ਠੀਕ ਹੈ, ਰੱਬ ਦੇ ਨਜ਼ਦੀਕ ਕਿਹਾ ਜਾਂਦਾ ਸੀ। ਤਾਂ ਉਹ ਚੀਜ਼ ਕਿਤੇ ਨਾ ਕਿਤੇ ਹੁਣ ਗਵਾਚਦੀ ਤੇ ਅਲੋਪ ਹੁੰਦੀ ਨਜ਼ਰ ਆ ਰਹੀ ਹੈ, ਔਰ ਲੋਕਾਂ ਦਾ ਵਿਸ਼ਵਾਸ ਇਸ ਸ਼ਬਦ ਤੋਂ ਉੱਠਦਾ ਨਜ਼ਰ ਆ ਰਿਹਾ। ਸੋ ਸਾਨੂੰ ਪਰਮੇਸ਼ਰ ਨੇ ਜਿਸ ਧਰਤੀ 'ਤੇ ਪੈਦਾ ਕੀਤਾ, ਇਸ ਧਰਤੀ ਦੇ ਵਿੱਚ ਉਹਨੇ ਅਥਾਹ ਨੈਚੁਰਲ ਹੈਲਥ ਸਾਇੰਸਸ ਦੇ ਸੋਰਸਸ ਵੀ ਦਿੱਤੇ ਨੇ, ਔਰ ਜਿੰਨੇ ਅਸੀਂ ਭਟਕ ਚੁੱਕੇ ਹਾਂ, ਜਿੰਨੇ ਅਸੀਂ ਗਰਕ ਚੁੱਕੇ ਹਾਂ। ਠੀਕ ਹੈ, ਕਿਉਂ ਅੱਜ ਸਾਡਾ ਬੱਚਾ ਵੀ ਹਸਪੀਟਲ, ਸਾਡੀ ਜਵਾਨੀ ਵੀ ਹਸਪੀਟਲ, ਤੇ ਸਾਡਾ ਬੁਢੇਪਾ ਵੀ ਹਸਪੀਟਲ। ਅਗਰ ਅਸੀਂ ਇਸ ਚੀਜ਼ 'ਚੋਂ ਬਾਹਰ ਆਉਣਾ ਹੈ ਤਾਂ ਸਾਨੂੰ ਹੋਰਾਂ ਵੱਲ ਦੇਖਣ ਦੀ ਕੋਈ ਜ਼ਰੂਰਤ ਨਹੀਂ। ਅਸੀਂ ਆਪਣੀ ਪੀੜ੍ਹੀ ਨੂੰ ਤਿਆਰ ਕਰੀਏ, ਆਪਣੀ ਜਨਰੇਸ਼ਨ ਨੂੰ ਤਿਆਰ ਕਰੀਏ। ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਦੇ ਜਿਹੜੇ ਰੋਗ ਆ ਉਹ ਖਤਮ ਕਰਾਂਗੇ। ਘਰ ਦੇ ਰੋਗ ਦਾ ਮਤਲਬ, ਜਿਵੇਂ ਪੰਜਾਬ ਦਾ ਤੇ ਪੰਜਾਬ ਮੇਰਾ ਘਰ ਹੈ, ਜਿਵੇਂ ਭਾਰਤ ਦਾ ਤੇ ਭਾਰਤ ਮੇਰਾ ਘਰ। ਪਹਿਲਾਂ ਮੈਂ ਨੈਸ਼ਨਲ ਲੈਵਲ 'ਤੇ, ਲੋਕਲ ਲੈਵਲ 'ਤੇ, ਆਪਣੀ ਸਟੇਟ ਔਰ ਨੈਸ਼ਨਲ ਲੈਵਲ 'ਤੇ ਆਪਣੇ ਦੇਸ਼ ਦੇ ਅੰਦਰ ਜਿਹੜੇ ਰੋਗ ਨੇ, ਇਹਨਾਂ ਦੇ ਅੰਦਰ ਜਿਹੜੀ ਮਿਸਕਨਸੈਪਸ਼ਨ ਹੈ ਉਹਨੂੰ ਖਤਮ ਕੀਤੀ ਜਾਏਗੀ। ਜਿਹੜੀ ਉਹਦੀ ਅੰਡਰਸਟੈਂਡਿੰਗ ਅੱਛੀ ਬਣਾਈ ਜਾਵੇ, ਔਰ ਐਜੂਕੇਸ਼ਨ ਨਾਲ ਜੋੜ ਕੇ ਫਿਰ ਉਹਦੇ ਨੂੰ ਟ੍ਰੀਟਮੈਂਟ ਦੇ ਕਲਚਰ ਦੇ ਵਿੱਚ ਜਿਹੜਾ ਉਹ ਵੀ ਨੈਚੁਰਲ ਸਾਇੰਸਿਸ ਦੇ ਥਰੂ ਆਪਾਂ ਖੜਾ ਕਰੀਏ। ਦੈਨ ਉਸ ਤੋਂ ਬਾਅਦ ਵਿਸ਼ਵ ਤੁਹਾਡੀ ਵੇਟ ਕਰ ਰਿਹਾ, ਵਿਸ਼ਵ ਵੇਟ ਕਰ ਰਿਹਾ ਹੈਗਾ ਕਿ ਸਾਡੇ ਆਯੁਰਵੇਦਾ 'ਚ ਕਿੰਨੀ ਤਾਕਤ ਆ, ਸਾਡੇ ਨੇਚਰੋਪੈਥੀ 'ਚ ਕਿੰਨੀ ਤਾਕਤ ਆ, ਸਾਡੀ ਮਿੱਟੀ 'ਚ ਕਿੰਨੀ ਤਾਕਤ ਹੈ, ਸਾਡੇ ਪੈਦਾ ਹੋ ਰਹੇ ਚਟਾਨੀ ਨਮਕ 'ਚ ਕਿੰਨੀ ਤਾਕਤ ਹੈ, ਸਾਡੇ ਗੜਵਾਲ ਹਿੱਲ, ਸਾਡੇ ਪਹਾੜਾਂ 'ਚ ਪੈਦਾ ਹੋਣ ਵਾਲੀਆਂ ਜੜੀ ਬੂਟੀਆਂ 'ਚ ਕਿੰਨੀ ਤਾਕਤ ਹੈ, ਸਾਡੇ ਹਿਮਾਚਲ ਦੇ ਅੰਦਰ ਪੈਦਾ ਹੋਣ ਵਾਲੀਆਂ ਜੜੀ ਬੂਟੀਆਂ ਕਿੰਨੀ ਤਾਕਤ ਹੈ। ਮੈਂ ਛੋਟੀ ਜਿਹੀ ਗੱਲ ਮੈਨੂੰ ਯਾਦ ਆ ਗਈ, ਹਿਮਾਚਲ ਦੀ ਗੱਲ ਕੀਤੀ ਹੈ। ਇਲੈਕਟ੍ਰੋਪੈਥੀ ਦਾ ਮੈਂਟਰ ਜਿਹੜਾ ਹੈ, ਫਾਊਂਡਰ ਨੇ ਕਾਊਂਟ ਸੀਜ਼ਰ ਮੈਟੀ, ਇਹ ਇਟਲੀ ਤੋਂ ਨੇ। ਉਹਨੇ ਇਟਲੀ ਦੇ ਅੰਦਰ ਖੋਜ ਕੀਤੀ 114 ਤਰ੍ਹਾਂ ਦੇ ਪਲਾਂਟਸ ਦੀ, ਉਹ ਤੋਂ 38 ਤਰ੍ਹਾਂ ਦੀਆਂ ਦਵਾਈਆਂ ਬਣਾਈਆਂ। ਉਹਨਾਂ 38 ਦਵਾਈਆਂ ਤੋਂ ਅੱਜ ਇੰਨਾ ਵੱਡਾ ਸਿਸਟਮ ਆਪਾਂ ਚਲਾ ਰਹੇ ਹੈਗੇ ਹਾਂ। ਸਿਰਫ 38 ਮੈਡੀਸਨਸ ਤੋਂ ਅੱਗੇ ਮੈਡੀਸਨਸ ਤਿਆਰ ਹੋਈਆਂ ਨੇ। ਠੀਕ ਹੈ, ਔਰ ਦੂਸਰੀ ਸਰ ਵੱਡੀ, ਉਸ ਇਨਸਾਨ ਨੇ ਉਸ ਚੀਜ਼ ਦੀ ਜਿਹੜੀ ਖੋਜ ਆ ਉਹ ਇਟਲੀ ਕੀਤੀ। ਉਹ 114 ਦੇ 114 ਪਲਾਂਟਸ ਉਹ ਹਿਮਾਚਲ 'ਚ ਮਿਲਦੇ ਨੇ। ਕੀ ਬਾਤ ਹੈ, ਕੀ ਬਾਤ। ਉਹ ਹਿਮਾਚਲ 'ਚ ਮਿਲਦੇ ਨੇ। ਸਰ ਇੰਨੀ ਰਿਚ ਅਸੀਂ এনवायरमेंट 'ਚ ਪੈਦਾ ਹੋਏ ਹਾਂ, ਔਰ ਭਟਕਦੇ ਫਿਰਦੇ ਹਾਂ। ਇੱਕ ਛੋਟੇ ਜਿਹੇ ਬੁਖਾਰ ਲਈ ਵੀ ਸਾਨੂੰ ਇੰਜੈਕਸ਼ਨ ਤੱਕ ਕੀ ਪਤਾ ਨਹੀਂ ਕਿੰਨਾ ਕੁ ਤਰ੍ਹਾਂ ਦਾ ਕੈਮੀਕਲ ਇਨਟੇਕ ਕਰਕੇ, ਲੀਵਰ ਫੈਟੀ ਕਰਕੇ, ਲੀਵਰ ਸੋਰਾਈਸਿਸ ਤੱਕ ਪਹੁੰਚ ਰਹੇ ਹਾਂ। ਇਹ ਸਾਡੀ ਨਲਾਇਕੀ ਔਰ ਫੇਲੀਅਰ ਹੈ। ਇਹਦੇ ਲਈ ਇੱਕ ਉਪਰਾਲਾ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਕਰ ਰਹੀ ਹੈ ਕਿ ਅਸੀਂ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ
ਉਹਨੂੰ ਇਨਵੋਲਵ ਕਰੀਏ ਔਰ ਆਪਣੇ ਇਸ ਕਲਚਰ ਨੂੰ ਡਿਵੈਲਪ ਕਰੀਏ, ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰੀਏ। ਠੀਕ ਹੈ, ਵੈਦ ਸਾਡੇ ਜਿਹੜੇ ਬਜ਼ੁਰਗ ਸੀ, ਵੈਦ ਸੀ, ਉਹ ਬਹੁਤ ਇੰਟੈਲੈਕਚੁਅਲੀ ਅੱਗੇ ਸੀ, ਦਿਮਾਗੀ ਤੌਰ 'ਤੇ ਗਿਆਨ ਪੱਖੋਂ ਬਹੁਤ ਅੱਗੇ ਸੀ, ਪਲਸ ਦੇਖ ਕੇ ਰੋਗ ਦੱਸਣ ਵਾਲੇ ਸੀ, ਉਹ ਰਿਪੋਰਟਾਂ ਦੇ ਝੰਜਟ ਤੋਂ ਬਚਾਉਣ ਵਾਲੇ ਸੀ। ਲੇਕਿਨ ਇੱਕੋ ਚੀਜ਼ ਤੋਂ ਪਿੱਛੇ ਰਹਿ ਗਏ ਕਿਉਂਕਿ ਇਨਫਰਾਸਟ੍ਰਕਚਰ ਨਹੀਂ ਖੜਾ ਹੋ ਪਾਇਆ, ਸਿਸਟਮ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਉਲਟਾ ਜਦੋਂ ਸਿਸਟਮ ਨੇ ਦਬਾਅ ਪਾਇਆ, ਉਹਨਾਂ ਨੂੰ ਦੁਕਾਨਾਂ ਬੰਦ ਕਰਨੀਆਂ ਪੈ ਗਈਆਂ। ਸੋ ਅਗਰ ਇਹ ਚੀਜ਼ਾਂ ਉਸੇ ਗੁਣ ਨੂੰ ਉਹਨਾਂ ਦੇ ਉਸੇ ਗੁਣ ਨੂੰ ਅਸੀਂ ਕੈਰੀ ਕਰੀਏ, ਅੱਗੇ ਲੈ ਕੇ ਜਾਈਏ। ਅੱਜ ਆਪਾਂ ਪ੍ਰੋਫੈਸ਼ਨਲੀ ਔਰ ਅੱਛੇ ਤਰੀਕੇ ਦੇ ਨਾਲ ਅਸੀਂ ਇਹਨੂੰ ਡਿਜ਼ਾਈਨ ਕਰ ਰਹੇ ਹਾਂ, ਔਰ ਤਾਂ ਹੀ ਅਸੀਂ ਢਾਂਚੇ ਨੂੰ ਡਿਵੈਲਪ ਕਰਨ 'ਤੇ ਲੱਗੇ ਹੋਏ ਹਾਂ ਵੀ ਹਰ ਡਿਸਟ੍ਰਿਕਟ 'ਚ ਕਮ ਸੇ ਕਮ ਇੱਕ ਢਾਂਚਾ ਦੇਈਏ। ਉਸ ਡਿਸਟ੍ਰਿਕਟ ਦੇ ਅੰਦਰ ਕੋਈ ਪਰਸਨ ਬਿਮਾਰ ਹੁੰਦਾ, ਪਰੇਸ਼ਾਨ ਹੁੰਦਾ, ਦੁਖੀ ਹੁੰਦਾ, ਉਹਨੂੰ ਸਭ ਤੋਂ ਪਹਿਲਾਂ ਨੈਚੁਰਲ ਹੈਲਥ ਸਾਇੰਸਿਸ ਦਾ ਕੋਈ ਦਰਵਾਜ਼ਾ ਤਾਂ ਨਜ਼ਰ ਆਵੇ। ਉਹਨੂੰ ਦਰਵਾਜ਼ਾ ਨਹੀਂ ਨਜ਼ਰ ਆ ਰਿਹਾ, ਮੈਂ ਜਾਵਾਂ ਕਿੱਥੇ? ਪਰ ਜਦੋਂ ਬੰਦਾ ਤੜਫਦਾ, ਦੁਖੀ ਹੁੰਦਾ, ਫਿਰ ਉਹ ਦੂਸਰੇ ਦਰਵਾਜ਼ੇ 'ਤੇ ਟੱਕਰਾਂ ਮਾਰੇਗੇ। ਸੋ ਅਸੀਂ ਉਹ ਇੱਕ ਦਰਵਾਜ਼ਾ, ਇੱਕ ਮਾਹੌਲ ਦੇਣ ਦੀ ਕੋਸ਼ਿਸ਼ ਕਰ ਰਹੇ ਜਿਸ 'ਚ ਸਾਨੂੰ ਸਾਰਿਆਂ ਦੇ ਸਾਥ, ਆਸ਼ੀਰਵਾਦ ਦੇ ਸਪੋਰਟ ਦੀ ਜ਼ਰੂਰਤ ਹੈ। ਫਿਜ਼ੀਕਲੀ ਵੀ, ਫਾਈਨੈਂਸ਼ੀਅਲੀ ਵੀ, ਇਮੋਸ਼ਨਲੀ ਵੀ, ਸਭ ਦੀ ਜ਼ਰੂਰਤ ਹੈ। ਇਹ ਕੋਈ ਸਾਡੇ ਅਸੀਂ ਇਕੱਲੇ ਨਹੀਂ ਕਰ ਸਕਦੇ। ਅਸੀਂ ਤਾਂ ਤੁਹਾਡੇ ਬੱਚਿਆਂ ਦੇ ਰੂਪ ਦੇ ਵਿੱਚ ਜਿੰਨੀ ਪਰਮਿਸ਼ਨ ਸਾਨੂੰ ਮੱਤ ਬੁੱਧ ਦਿੱਤੀ ਹੈ, ਅਸੀਂ ਉਹਨੂੰ ਯੂਜ਼ ਕਰ ਰਹੇ ਹਾਂ ਔਰ ਇਹਨੂੰ ਅੱਗੇ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਡਾਕਟਰ ਸਾਹਿਬ, ਤੁਸੀਂ ਇਹ ਸਾਰਾ ਕੁਝ ਦੱਸਤਾ ਤੇ ਮੈਨੂੰ ਲੱਗਦਾ ਜਿਹੜੇ ਨਵੇਂ ਪਾਸ ਆਊਟ ਹੋਏ ਨੇ, ਉਹਨਾਂ ਦੇ ਮਨਾਂ 'ਚ ਜਿਗਿਆਸਾ ਪੈਦਾ ਹੋ ਗਈ ਵੀ ਮੈਂ ਤਾਂ ਸਾਰਾ ਪਾਸੋਂ ਐਲੀਜੀਬਲ ਹੋ ਗਿਆ ਤੇ ਮੈਂ ਬਣ ਗਿਆ ਅੱਗੇ ਚੱਲ ਕੇ ਸੈਂਟਰ ਦੇ ਵਿੱਚ ਇੰਚਾਰਜ। ਪਰ ਨਾਲ ਉਹਦੇ ਸਵਾਲ ਦਿਮਾਗ 'ਚ ਇਹ ਵੀ ਆਇਆ ਹੋਣਾ ਕਿ ਪੈਸੇ ਵੀ ਸ਼ਾਇਦ ਕੁਝ ਲਵਾਉਂਦੇ ਹੋਣੇ, ਮੇਰੇ ਕੋਲੋਂ ਵੀ ਲਵਾਉਂਦੇ ਹੋਣੇ, ਕਿੰਨੇ ਕੁ ਪੈਸੇ ਚਾਹੀਦੇ ਹੋਣਗੇ, ਇਹ ਵੀ ਦੱਸ ਦਿਓ ਜਰਾ। ਨਹੀਂ, ਇਹਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈਗਾ 90 ਦਿਨ ਦੀ ਰਿਕਰੂਟਮੈਂਟਸ਼ਿਪ ਹੋਣੀ ਹੈ। ਠੀਕ ਆ, ਉਹਦੇ ਵਿੱਚ ਜਿਹੜਾ ਰਹਿਣ ਸਹਿਣ ਦਾ ਉਹਦੀ ਕਾਸਟ ਆਣੀ ਹੈ। ਇਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ 90 ਦਿਨ ਦੀ ਰਿਕਰੂਟਮੈਂਟਸ਼ਿਪ 'ਚ ਬੇਸਿਕ ਪੈਕੇਜ ਵੀ ਉਹਨੂੰ ਦੇਵਾਂਗੇ। ਠੀਕ, ਹਾਂ, ਬੇਸਿਕ ਪੈਕੇਜ ਵੀ ਦੇਵਾਂਗੇ, ਲੇਕਿਨ ਰਹਿਣ ਸਹਿਣ ਦਾ ਉਹਦਾ ਆਪਣਾ ਹੋਏਗਾ 90 ਦਿਨ ਦੇ ਵਿੱਚ। ਠੀਕ, ਉਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਉਹਨੂੰ ਅਪਾਇੰਟ ਕੀਤਾ ਜਾਏਗਾ, ਉਹਨੂੰ ਅੱਛੇ ਪੈਕੇਜ ਦੇ ਨਾਲ ਅਪਾਇੰਟ ਕੀਤਾ ਜਾਏਗਾ। ਅਸੀਂ ਉਸ ਤੋਂ ਕੁਝ ਵੀ ਨਹੀਂ ਲੈਣਾ ਹੈਗਾ ਜੀ, ਅਸੀਂ ਉਸ ਤੋਂ ਕੁਝ ਵੀ ਨਹੀਂ। ਅਸੀਂ ਸਿਰਫ ਉਹ ਪਰਸਨੈਲਿਟੀ ਲੱਭਣੀ ਹੈ ਜਿਹਦੇ ਅੰਦਰ ਇਸ ਚੀਜ਼ ਨੂੰ ਸੇਵਾ ਭਾਵਨਾ ਨਾਲ ਕਰਨ ਦਾ ਜਜ਼ਬਾ ਹੋਏਗਾ। ਮੈਂ ਤੁਹਾਨੂੰ ਕਿਹਾ ਕਿ ਜੋ ਮੈਂ ਪ੍ਰੋਫਾਈਲ ਦੱਸ ਚੁੱਕਿਆ ਹੈਗਾ, ਅਗਰ ਉਹ ਕੁਆਲੀਫਾਈ ਕਰੇਗਾ, ਉਹ ਜ਼ਿੰਦਗੀ 'ਚ ਇਹ ਨਹੀਂ ਸੋਚੇਗਾ ਕਿ ਮੈਂ ਕੈਨੇਡਾ ਜਾਣਾ, ਮੈਂ ਅਮਰੀਕਾ ਜਾਣਾ। ਉਹ ਕਹੇਗਾ ਕਿ ਮੈਂ ਇਸ ਮਿੱਟੀ ਤੋਂ ਪੈਦਾ ਹੋਇਆ, ਮੈਂ ਇੱਥੇ ਹੀ ਸੇਵਾ ਕਰਨੀ ਹੈਗੀ ਆ। ਔਰ ਹਾਂ, ਉਹ ਇੰਨੇ ਕਾਬਲ ਜ਼ਰੂਰ ਹੋ ਜਾਏਗਾ ਕਿ ਗੋਰਾ ਉਹਦੇ ਕੋਲ ਪਲਸ ਚੈੱਕ ਕਰਾਉਣਾ ਸਕੇ। ਅੱਛਾ, ਹੁਣ ਜਿਹੜੇ ਡਾਕਟਰ ਨੇ ਜਿਹੜੇ ਸੋਚ ਰਹੇ ਨੇ ਵੀ ਮੈਂ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ ਸੈਂਟਰ ਖੋਲ੍ਹਣ 'ਤੇ ਜੁੜਨਾ, ਉਹ ਤਾਂ ਸਮਝ ਗਏ ਤੁਹਾਡੀ ਗੱਲ ਸਾਰੀ। ਅਤੇ ਜਿਹੜੇ ਦੇਖ ਰਹੇ ਨੇ ਦਰਸ਼ਕ ਅਤੇ ਜਿਨ੍ਹਾਂ ਨੂੰ ਇਹ ਲੱਗ ਰਿਹਾ ਵੀ ਸਾਡੇ ਏਰੀਏ 'ਚ ਵੀ ਹੁਣ ਖੁੱਲ੍ਹਣ ਜਾ ਰਹੇ ਨੇ ਸੈਂਟਰ, ਉਹ ਕਦੋਂ ਤੱਕ ਇੰਤਜ਼ਾਰ ਕਰਨ ਵੀ ਇਹ ਸਾਰੇ ਪੂਰੇ ਜਿਹੜੇ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਕਦੋਂ ਤੱਕ ਦਾ ਟਾਰਗੇਟ ਹੈ ਵੀ ਕਿੰਨੀ ਦੇਰ ਦੇ ਵਿੱਚ ਤੁਸੀਂ ਪੂਰੇ ਪੰਜਾਬ ਦੇ ਵਿੱਚ ਸੈਂਟਰ ਖੋਲ੍ਹ ਦਿਓਗੇ? ਦੇਖੋ, ਆਲਰੇਡੀ ਨੀਚੇ ਨੰਬਰ ਚੱਲ ਰਿਹਾ ਔਰ ਨੀਚੇ ਨੰਬਰ ਦੇ ਨਾਲ ਇਹ ਵੀ ਡਿਸਪਲੇ ਹੋ ਰਿਹਾ ਕਿ ਸਾਡਾ ਮਿਸ਼ਨ ਕੀ ਹੈ, ਕਿੰਨੀ ਤਰ੍ਹਾਂ ਦੇ ਸਾਡੇ ਮਿਸ਼ਨ ਨੇ। ਠੀਕ ਹੈ, ਉਹਨਾਂ ਨੰਬਰਾਂ 'ਤੇ ਕੰਟੈਕਟ ਕਰੋ ਔਰ ਸਭ ਤੋਂ ਪਹਿਲਾਂ ਅਸੀਂ ਟ੍ਰੇਨਿੰਗ 'ਤੇ ਫੋਕਸ ਕਰਾਂਗੇ। ਠੀਕ ਹੈ, ਜਿੰਨੇ ਵੀ ਕੈਂਡੀਡੇਟਸ ਕੰਟੈਕਟ ਕਰਨਗੇ ਉਹਨਾਂ ਨੂੰ 90 ਦਿਨ ਦੀ ਰਿਕਰੂਟਮੈਂਟਸ਼ਿਪ ਵਾਲੀ ਟ੍ਰੇਨਿੰਗ ਦੇ ਵਿੱਚ ਅਸੀਂ ਪਾਵਾਂਗੇ। ਮੋਗਾ ਦੇ ਵਿੱਚ ਪਹਿਲੇ 90 ਦਿਨ ਤਾਂ ਉਹਨਾਂ ਨੇ ਮੋਗਾ 'ਚ ਹੀ ਸਪੈਂਡ ਕਰਨੇ ਨੇ। ਜਿਵੇਂ ਪਾਸ ਆਊਟ ਹੁੰਦੇ ਜਾਣਗੇ ਉਵੇਂ ਹੀ ਅਸੀਂ ਉਸ ਏਰੀਏ ਦੇ ਵਿੱਚ ਆਪਾਂ ਜਿਹੜੇ ਉਹ ਨਵੇਂ ਸੈਂਟਰ ਜਿਹੜੇ ਓਪਨ ਕਰਦੇ ਜਾਵਾਂਗੇ। ਮੇਰਾ ਸਵਾਲ ਇਹ ਸੀ ਕਿ ਕੋਈ ਆਪਣਾ ਕੋਈ ਹੁੰਦਾ ਨਾ, ਕੋਈ ਟਾਈਮ ਸੈੱਟ ਹੁੰਦਾ ਕਿ ਇੰਨੇ ਟਾਈਮ ਦੇ ਵਿੱਚ ਅਸੀਂ ਸੈਂਟਰ ਖੋਲ੍ਹ ਦੇਣੇ ਨੇ। 3 ਮਹੀਨੇ ਤਾਂ ਤੁਸੀਂ ਦੱਸਿਆ ਵੀ 3 ਮਹੀਨੇ ਤਾਂ ਜਿਹੜੀ ਉਹਨਾਂ ਦੀ ਟ੍ਰੇਨਿੰਗ ਪੀਰੀਅਡ ਹੈ, ਲੇਕਿਨ ਇੱਕ ਹੁੰਦਾ ਵੀ ਨਹੀਂ ਯਾਰ ਇਹ ਪਾਸ ਨਹੀਂ ਹੋਇਆ, ਕੁੱਲ ਕੋਈ ਕੁਛ ਹੈਗਾ ਟਾਈਮ ਬਾਉਂਡ ਹੈਗਾ ਕਿੰਨੇ ਸਮੇਂ ਦੇ ਵਿੱਚ ਤੁਸੀਂ ਪੂਰੇ ਪੰਜਾਬ ਦੇ ਵਿੱਚ ਸੈਂਟਰ ਖੋਲ੍ਹ ਦੇਣੇ, ਕੁਛ ਸਮਾਂ ਵੱਧ ਕੀਤਾ ਹੋਇਆ? ਜੀ ਬਿਲਕੁਲ, ਉਹ ਸਮਾਂ ਆਲਰੇਡੀ ਅਸੀਂ ਟਾਰਗੇਟ ਲੈ ਕੇ ਚੱਲ ਰਹੇ ਇਸ ਚੀਜ਼ ਨੂੰ। ਇਸ ਸਾਲ ਦਸੰਬਰ ਤੱਕ ਜਿਹੜੇ ਕਿ ਇਸ ਸਾਲ ਦਸੰਬਰ ਤੱਕ ਅਸੀਂ 5 ਡਿਸਟ੍ਰਿਕਟ ਦੇ ਵਿੱਚ ਓਪਨ ਕਰ ਦਿਆਂਗੇ। ਠੀਕ ਹੈ, ਔਰ 2000 ਜਿਹੜਾ ਆਪਣਾ ਨੈਕਸਟ ਈਅਰ ਆ ਰਿਹਾ ਹੈਗਾ ਉਹਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਅਸੀਂ ਨੀਅਰ ਅਬਾਊਟ 12 ਤੋਂ 13 ਹਸਪੀਟਲ ਦਾ ਸਾਡਾ ਅਗਲੇ ਸਾਲ ਦਾ ਨਵਾਂ ਟਾਰਗੇਟ ਹੈ। ਠੀਕ ਹੈ, ਕਿਉਂਕਿ ਸਾਡੀ ਕੋਸ਼ਿਸ਼ ਹੈ ਕਿ ਹਰ ਮਹੀਨੇ ਇੱਕ ਹਸਪੀਟਲ ਦੀ ਓਪਨਿੰਗ। ਠੀਕ ਹੈ, ਤਾਂ 12 ਮਹੀਨੇ ਦੇ ਵਿੱਚ 12 ਹੋ ਜਾਂਦੇ ਨੇ। ਤਾਂ ਬਾਕੀ ਇਸ ਸਾਲ ਦੀ ਫਿਨਿਸ਼ ਹੋਣ ਦੇ ਵਿੱਚ ਅਜੇ 4 ਤੋਂ 5 ਮਹੀਨੇ ਪਏ ਨੇ, ਤਾਂ ਹੀ ਅਸੀਂ 4 ਤੋਂ 5 ਹਸਪੀਟਲ ਦਾ ਟਾਰਗੇਟ ਲੈ ਕੇ ਚੱਲ ਰਹੇ, ਜਿਹਦੀ ਓਪਨਿੰਗ ਇਸ ਮਹੀਨੇ ਹੀ ਜਿਹੜਾ ਸਾਡਾ ਪਹਿਲਾ ਹਸਪੀਟਲ ਹੈ, ਸੈਕਿੰਡ ਹਸਪੀਟਲ ਹੈ, ਉਹ ਅਸੀਂ ਲੁਧਿਆਣਾ ਦੇ ਵਿੱਚ ਜਿਹਦੀ ਕਿ ਓਪਨਿੰਗ ਆਪਾਂ ਕਰਨ ਜਾ ਰਹੇ ਹਾਂ OPD ਦੇ ਵਿੱਚ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨੂੰ ਖੁਸ਼ਖਬਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਆਸ਼ੀਰਵਾਦ ਬਣਾਈ ਰੱਖਿਓ ਜੀ। ਇਹ ਸਾਂਝਾ ਮਿਸ਼ਨ ਹੈ, ਸਾਰਿਆਂ ਨੇ ਰਲ ਕੇ ਚੱਲਣਾ ਹੈਗਾ। ਔਰ ਬਹੁਤ ਬਹੁਤ ਧੰਨਵਾਦ ਹੈ ਨਿਊਜ਼ ਏਸ਼ੀਆ ਪੰਜਾਬੀ ਦਾ ਵੀ, ਜਿਨ੍ਹਾਂ ਦੇ ਮਾਧਿਅਮ ਨਾਲ ਆਪਾਂ ਸਾਰੇ ਜੁੜੇ ਹੋਏ ਹਾਂ ਔਰ ਇਹਨਾਂ ਦੇ ਕੀਤੇ ਗਏ ਉਦਮ ਦੇ ਨਾਲ ਹੀ ਇਸ ਤਰ੍ਹਾਂ ਦੀਆਂ ਪਲੈਨਿੰਗਸ ਨੂੰ ਆਪਾਂ
ਬਹੁਤ ਜਲਦੀ ਕਰਨ ਦੇ ਵਿੱਚ ਕਾਮਯਾਬ ਹੋ ਪਾਏ ਹਾਂ ਔਰ ਇਹ ਕੰਪਲੀਟ ਇੱਕ ਟੀਮ ਹੈ। ਪਰਮੇਸ਼ਰ ਆਸ਼ੀਰਵਾਦ ਬਣਾਈ ਰੱਖੇ ਔਰ ਚੜ੍ਹਦੀ ਕਲਾ ਚ ਰਹੀਏ ਆਪਾਂ ਸਾਰੇ। ਬਹੁਤ ਧੰਨਵਾਦ ਡਾਕਟਰ ਸਾਹਿਬ। ਸੋ ਇਹ ਸਨ ਡਾਕਟਰ ਵਰਿੰਦਰ ਸਿੰਘ ਭੁੱਲਰ। ਸੋ ਖੁਸ਼ਖਬਰੀ ਹੈ ਸਾਰੇ ਦਰਸ਼ਕਾਂ ਵਾਸਤੇ, ਖੁਸ਼ਖਬਰੀ ਹੈ ਉਹਨਾਂ ਡਾਕਟਰਸ ਵਾਸਤੇ ਜਿਹੜੇ ਕਿ ਅੱਗੇ ਡਾਕਟਰ ਵਰਿੰਦਰ ਸਿੰਘ ਭੁੱਲਰ ਉਹਨਾਂ ਨਾਲ ਜੁੜ ਕੇ ਹਸਪੀਟਲਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ, ਆਪਣੇ ਇਲਾਕਿਆਂ ਦੇ ਵਿੱਚ ਹਸਪੀਟਲ ਦੇ ਇੰਚਾਰਜ ਬਣਨਾ ਚਾਹੁੰਦੇ ਨੇ, ਆਪਣੇ ਇਲਾਕੇ ਵਿੱਚ ਹਸਪੀਟਲ ਖੋਲ੍ਹਣਾ ਚਾਹੁੰਦੇ ਨੇ, ਉਹਨਾਂ ਨਾਲ ਜੁੜਨਾ ਚਾਹੁੰਦੇ ਨੇ, ਉਹਨਾਂ ਲਈ ਵੀ ਖੁਸ਼ਖਬਰੀ ਹੈ। ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਜਾ ਰਹੇ ਨੇ, ਨਵੇਂ ਹਸਪੀਟਲ ਖੁੱਲ੍ਹਣ ਜਾ ਰਹੇ ਨੇ, ਹਰੇਕ ਡਿਸਟ੍ਰਿਕਟ ਦੇ ਵਿੱਚ ਹਸਪੀਟਲ ਖੁੱਲ੍ਹਣ ਜਾ ਰਿਹਾ ਹੈਗਾ। ਸਰਕਾਰਾਂ ਦੀ ਜਿਹੜੀ ਉਹ ਇੱਕ ਪਲੈਨਿੰਗ ਹੈ ਕਿ ਅਸੀਂ ਜਿਹੜੇ ਆ ਉਹ ਇੰਨੇ ਹਸਪੀਟਲ ਖੋਲ੍ਹਤੇ, ਲੇਕਿਨ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੀ ਪਲੈਨਿੰਗ ਹੈ ਕਿ ਹਰ ਆਪਣੇ ਪੱਧਰ ਦੇ ਉੱਤੇ ਇਹ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਹਸਪੀਟਲ ਖੋਲ੍ਹਣ ਜਾ ਰਹੇ ਨੇ। ਨੈਚੁਰਲ ਹੈਲਥ ਸਾਇੰਸਿਸ ਯਾਨੀ ਕੁਦਰਤੀ ਇਲਾਜ ਪੱਧਤੀਆਂ ਦੇ ਨਾਲ ਜੁੜਿਆ ਹੋਇਆ ਜਿਹੜਾ ਉਹ ਹਸਪਤਾਲ ਹੋਏਗਾ ਅਤੇ ਉਹਦੇ ਵਿੱਚ ਇਹ ਟ੍ਰੇਨਿੰਗ ਦੇਣਗੇ ਡਾਕਟਰਸ ਨੂੰ ਅਤੇ ਉਸ ਡਾਕਟਰਸ ਦੀ ਟ੍ਰੇਨਿੰਗ ਤੋਂ ਬਾਅਦ 3 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਜਿਹੜਾ ਉਸ ਇਲਾਕੇ ਦੇ ਵਿੱਚ ਪਰਟੀਕੂਲਰ ਇਲਾਕੇ ਦੇ ਵਿੱਚ ਜਿਸ ਇਲਾਕੇ ਦਾ ਉਹ ਡਾਕਟਰ ਹੋਏਗਾ ਉਸ ਇਲਾਕੇ ਦੇ ਵਿੱਚ ਜਿਹੜੀ ਆ ਉਹ ਹਸਪੀਟਲ ਖੋਲ੍ਹਿਆ ਜਾਵੇਗਾ ਅਤੇ ਉਸ ਇਲਾਕੇ ਦੇ ਵਿੱਚ ਦੇ ਲੋਕਾਂ ਨੂੰ ਫਿਰ ਇਹੋ ਸੇਵਾਵਾਂ ਮਿਲਣਗੀਆਂ ਜਿਹੜੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਇੱਥੇ ਮੋਗਾ ਸੈਂਟਰ ਦੇ ਵਿੱਚ ਮਿਲ ਰਹੀਆਂ ਨੇ। ਅਤੇ ਆਉਣ ਵਾਲਾ ਸਮਾਂ ਜਿਹੜਾ ਬਿਮਾਰੀਆਂ ਤੋਂ ਮੁਕਤ ਹੋਣ ਜਾ ਰਿਹਾ ਇਹ ਆਪਾਂ ਜਲਦ ਕਹਿ ਪਾਵਾਂਗੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਦੇ ਨੀਚੇ ਜਿਹੜੇ ਨੰਬਰ ਚੱਲ ਰਹੇ ਨੇ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਤੁਸੀਂ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ ਅਗਲੀ ਜਿਹੜੀ ਪਲੈਨਿੰਗ ਵੀ ਕਰ ਸਕਦੇ ਹੋ ਅਤੇ ਇਸ ਵੀਡੀਓ ਦੇ ਰਾਹੀਂ ਜਿਹੜਾ ਤੁਸੀਂ ਆਪਣੇ ਇਲਾਕਿਆਂ ਦੇ ਵਿੱਚ ਜਿਹੜਾ ਉਹ ਇੱਕ ਖੁਸ਼ਖਬਰੀ ਪਹੁੰਚਾ ਸਕਦੇ ਹੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਸਾਡੇ ਇਲਾਕਿਆਂ ਦੇ ਵਿੱਚ ਵੀ ਜਿਹੜਾ ਇਸ ਤਰ੍ਹਾਂ ਦੇ ਹਸਪਤਾਲ ਖੁੱਲ੍ਹਣ ਜਾ ਰਹੇ ਨੇ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।